इस वक्त साडी नज़र च पंजाब दे टुकड़े हो रहे हैं, वर्गां च वंडिया जा रहा है, धर्मां च वंडिया जा रहा है, झूठे तलासे दे के वोटां बटोर लेनियां। बिना पोलीटिकल पावर नूं सही कीतियां पंजाब दा हल है ही नहीं। ਕੀ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ ਕਿ ਸਰਕਾਰਾਂ ਨੂੰ ਤਲਖ ਦੀ ਜੇ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ ਹੈ then they have no right to be in the position of power। 6 ਮਹੀਨੇ ਪਹਿਲਾਂ ਕਹਿਣਗੇ ਇਹਨੂੰ ਚੀਫ ਮਿਨਿਸਟਰ ਬਦਲ ਦਿਓ, ਆਹ ਬੰਦਾ ਐ ਮੈਂ ਕਰ ਦਿਆਂਗੇ, ਇਹਨੇ ਸਾਨੂੰ ਫੇਲ ਕਰਾਤਾ। ਸਭ ਬਹਾਨੇਬਾਜ਼ੀ ਹੈ। ਅੱਜ ਕੱਲ MSP ਦਾ ਰੌਲਾ ਪਿਆ ਹੈ ਵੀ ਫਾਰਮਰਸ ਦੀ MSP ਦੀ ਕੀ ਲੋੜ ਹੈ। ਤੁਸੀਂ ਮੈਨੂੰ ਕੋਈ ਪ੍ਰੋਡਕਟ ਦਿਖਾ ਦਿਓ ਮਾਰਕੀਟ ਦੇ ਵਿੱਚ ਜਿਹਦੇ ਪ੍ਰੀ ਡਿਟਰਮਾਈਨਡ ਪ੍ਰਾਈਸ ਨਾ ਹੋਵੇ। ਜੇ ਇੰਪਲੀਮੈਂਟ ਹੀ ਨਹੀਂ ਸੀ ਕਰਨਾ, ਵਾਈ ਹੋਲਡ ਅ ਕਮਿਸ਼ਨ? ਲੋਕਾਂ ਦੇ ਅੱਖਾਂ ਦੇ ਮੂਹਰੇ ਧੂਲ ਕਿਉਂ ਝੇਲ ਰਹੇ ਹੋ? 40 ਸਾਲਾਂ ਦੇ ਵਿੱਚ ਮੇਰਾ ਅੰਦਾਜ਼ਾ ਹੈ ਵੀ ਘੱਟ ਤੋਂ ਘੱਟ 5 ਲੱਖ ਕਰੋੜ ਰੁਪਇਆ ਪੰਜਾਬ ਦਾ ਮਾੜੇ ਪ੍ਰੋਜੈਕਟਾਂ 'ਚ ਬਰਬਾਦ ਹੋਇਆ। ਜਦੋਂ ਹੁਣ ਵੋਟ ਦਾ ਟਾਈਮ ਆਊਗਾ, ਇਹਨਾਂ ਬੰਦਿਆਂ ਨੂੰ ਬਿਲਕੁਲ ਪਬਲਿਕ ਨਾ ਬਖਸ਼ੇ, ਕਿਉਂਕਿ ਇਹਨਾਂ ਨੇ ਤੁਹਾਡਾ ਕਤਲ ਕੀਤਾ ਹੈ। ਇਹ ਬੜੀ ਬੁਨਿਆਦੀ ਚੀਜ਼ਾਂ ਜਿਹੜੀਆਂ ਸੋਸ਼ਲ ਐਕਟੀਵਿਟੀ ਸਾਡੇ ਵਰਗੇ ਮੰਚਾਂ ਦੇ ਰਾਹੀਂ ਅਸੀਂ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਹਾਂ ਵੀ ਆਪਣੇ ਪੈਰਾਂ ਤੇ ਆਪ ਖੜੇ ਹੋ। कर खुद ही को बुलंद इतना कि हर रजा से पहले खुदा तुमसे खुद पूछे है बंदे बता तेरी रजा क्या है। ਦ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦਰਸ਼ਕੋ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬਾਬਾ ਨਜ਼ਮੀ ਨੇ ਬਹੁਤ ਮਰਤਬਾ ਪਹਿਲਾਂ ਇੱਕ ਬੜੇ ਕਮਾਲ ਦਾ ਸ਼ੇਅਰ ਕਿਹਾ ਸੀ ਕਿ ਇਹੋ ਜਿਹੀ ਕਮਜ਼ੋਰ ਹਕੂਮਤ ਬਾਬਾ ਜੀ ਵੇਖੀ ਨਹੀਂ ਕਿਤੇ ਹੋਰ ਹਕੂਮਤ ਬਾਬਾ ਜੀ। ਪਿਛਲੀ ਨਾਲ ਵੀ ਸਾਡਾ ਇਹੋ ਰੌਲਾ ਸੀ, ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ। ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਜਾਂ ਪੰਜਾਬ ਦੇ ਲੋਕਾਂ ਦੀ ਜੋ ਹਾਲਤ ਇਸ ਵਕਤ ਹੋ ਗਈ ਹੈ ਉਸ ਦੀ ਗੱਲ ਕਰੀਏ ਤਾਂ ਮਨ ਜਿਹੜਾ ਹੈ, ਹਿਰਦਾ ਜਿਹੜਾ ਹੈ ਉਹ ਵਲੂੰਦਰਿਆ ਜਾਂਦਾ ਹੈ। ਕੁਛ ਇਸੇ ਕਿਸਮ ਦੀ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਖਾਸ ਮਹਿਮਾਨ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮਿਸਟਰ ਗੁਰਬੀਰ ਸਿੰਘ ਸੰਧੂ ਤੇ ਉਹਨਾਂ ਦੇ ਨਾਲ ਸਾਡਾ ਅੱਜ ਸਾਥ ਦੇਣਗੇ ਏਅਰ ਮਾਰਸ਼ਲ ਮਿਸਟਰ PS ਗਿੱਲ। ਬਹੁਤ ਬਹੁਤ ਸਵਾਗਤ ਹੈ ਸਰ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਇਹ ਇੱਕ ਕੁਐਸਚਨ, ਤੁਸੀਂ ਇੱਕ ਸਾਂਝਾ ਸੁਨਹਿਰਾ ਪੰਜਾਬ ਨਾਮ ਦੀ ਇੱਕ ਆਰਗੇਨਾਈਜੇਸ਼ਨ ਸੈਟਅਪ ਕਰ ਚੁੱਕੇ ਹੋ। ਕਰੀਬਨ 3-4 ਮਹੀਨੇ ਹੋ ਗਏ ਹੈ ਇਸ ਆਰਗੇਨਾਈਜੇਸ਼ਨ ਨੂੰ ਬਣਿਆ ਔਰ ਇਸ ਦੇ ਥਰੂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਜਾਗਰਤੀ ਦੇ ਮੰਤਵ ਦੇ ਨਾਲ ਤੁਸੀਂ ਚੱਲੇ ਹੋ। ਮੈਂ ਜਾਣਨਾ ਚਾਹਾਂਗੀ ਇਹ ਆਰਗੇਨਾਈਜੇਸ਼ਨ ਕੀ ਹੈ? ਆਰਗੇਨਾਈਜੇਸ਼ਨ ਨੂੰ ਤਕਰੀਬਨ ਹਾਲੇ ਮਹੀਨਾ ਹੋਇਆ ਨਹੀਂ। ਵੀ ਆਰ ਅ ਨਿਊ ਬੋਰਨ ਆਰਗੇਨਾਈਜੇਸ਼ਨ ਜੀ। ਆਰਗੇਨਾਈਜੇਸ਼ਨ ਦਾ ਮਿਸ਼ਨ ਇੱਥੋਂ ਦਰਦ ਤੋਂ ਸ਼ੁਰੂ ਹੋਇਆ ਹੈ। ਅਸੀਂ ਸਾਰੇ ਆਪਣੇ ਕਰੀਅਰਸ 'ਚ ਆਪਣੇ ਇੱਕ ਨਵੇਂ ਫੇਸ ਤੇ ਜਿੱਥੇ ਸਾਰਾ ਐਕਸਪੀਰੀਅੰਸ ਲਾਈਫ ਦਾ ਲੈ ਕੇ ਆਏ ਸੀ, ਸਾਡੇ ਕੋਲੇ ਦੁੱਖ ਸਹਿਆ ਨਹੀਂ ਸੀ ਜਾ ਰਿਹਾ ਕਿਉਂਕਿ ਪੜ੍ਹਦੇ ਹਾਂ, ਦੇਖਦੇ ਹਾਂ ਪਿੰਡਾਂ 'ਚ ਹਰ ਵਰਗ 'ਚ ਤਕਲੀਫ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਹਾਂ ਜੀ। ਅਸੀਂ ਸੋਚਿਆ ਵੀ ਜੇ ਆਪਾਂ ਇਹੋ ਜਿਹੇ ਮੌਕੇ ਤੇ ਪੰਜਾਬ ਦੀ ਦੁਰਦਸ਼ਾ ਹਾਲ ਦੇਖਦੇ ਹੋਏ ਹੱਥ ਤੇ ਹੱਥ ਧਰ ਕੇ ਤੇ ਆਪਣਾ ਪਾਰਟੀ ਕਰਕੇ ਗੋਲਫ ਖੇਡ ਕੇ ਤੇ ਜ਼ਿੰਦਗੀ ਚੰਗੀ ਆਰਾਮ ਦੀ ਬਤਾ ਲਈਏ ਤੇ ਸ਼ਾਇਦ ਇਹ ਨਿਖਿੱਧੀ ਹੋਊਗੀ ਸਾਡੀ। ਕਿਉਂਕਿ ਮਹਿਸੂਸ ਕਰਨਾ ਪਹਿਲਾ ਕੰਮ ਹੁੰਦਾ ਬੰਦੇ ਦਾ, ਉਹ ਅਸੀਂ ਮਹਿਸੂਸ ਕਰ ਰਹੇ ਸੀ। ਫਿਰ ਅਸੀਂ ਸੋਚਿਆ ਸਾਡਾ ਫਰਜ਼ ਵੀ ਹੈ ਵੀ ਇਹਦੇ ਵਿੱਚ ਕੁਝ ਹੱਥ ਬਟਾਈਏ ਜੀ। ਔਰ ਫਿਰ ਇਹ ਮਿਸ਼ਨ ਜਿਹੜੀ ਹੈ ਇਹ ਜੁੜਨ ਵਾਸਤੇ ਸਾਡਾ ਜਿਹੜਾ ਕੈਟਲਿਸਟ ਸੀਗੇ ਉਹ ਸਾਡੇ ਕਨਵੀਨਰ ਨੇ ਅੰਬੈਸਡਰ KC ਸਿੰਘ, ਜਿਹੜੇ ਰਿਟਾਇਰਡ ਫੋਰਨ ਸਰਵਿਸ ਤੋਂ ਨੇ। ਉਹਨਾਂ ਦੇ ਅਸੀਂ ਪ੍ਰੋਗਰਾਮ ਦੇਖੇ, ਟੈਲੀਵਿਜ਼ਨ ਤੇ ਗੱਲਬਾਤ ਦੇਖੀ ਤੇ ਅਸੀਂ ਸੋਚਿਆ ਵੀ ਹੀ ਇਜ਼ ਵਾਈ ਨਾਟ ਵੀ ਆਲ ਜੁਆਇਨ ਫੋਰਸਿਸ ਵਿਦ ਹਿਮ। ਤੇ ਇਸ ਕਰਦੇ ਕਰਦੇ ਅਸੀਂ ਜਿਹੜੇ ਕੋਈ 10-12 ਲੋਕ ਹੈ, ਅਸੀਂ ਕੋਈ 25 ਅਗਸਤ ਨੂੰ ਪਿਛਲੇ ਮਹੀਨੇ ਹੀ ਇਕੱਠੇ ਹੋ ਕੇ ਤੇ ਲਾਂਚ ਕੀਤਾ ਜੀ। ਇਹਦਾ ਵਿਜ਼ਨ ਹੈ ਸਾਂਝੇ ਸੁਨਹਿਰੇ ਪੰਜਾਬ ਦਾ, ਜਿਵੇਂ ਨਾਮ ਦੱਸਿਆ ਹੈ ਵੀ ਪਹਿਲੀ ਗੱਲ ਤਾਂ ਵੀ ਸਾਂਝਾ ਤੇ ਸੁਨਹਿਰਾ ਪੰਜਾਬ ਨੂੰ ਦੁਬਾਰਾ ਕਿਵੇਂ ਬਣਾਈਏ। ਇਸ ਵਕਤ ਸਾਡੀ ਨਜ਼ਰ 'ਚ ਪੰਜਾਬ ਦੇ ਟੁਕੜੇ ਹੋ ਰਹੇ ਹੈ ਜੀ, ਵਰਗਾਂ 'ਚ ਵੰਡਿਆ ਜਾ ਰਿਹਾ ਹੈ, ਧਰਮਾਂ 'ਚ ਵੰਡਿਆ ਜਾ ਰਿਹਾ ਹੈ, ਕਿੱਤਿਆਂ 'ਚ ਵੰਡਿਆ ਜਾ ਰਿਹਾ ਹੈ ਉਸ ਤਰੀਕੇ ਨਾਲ ਜਿਹੜਾ ਅੱਛਾ ਨਹੀਂ। ਵੰਡ ਤਾਂ ਹਮੇਸ਼ਾ ਹੀ ਰਹਿਣੀ ਹੈ, 5 ਉਂਗਲਾਂ ਇੱਕੋ ਜਿਹੀਆਂ ਹੁੰਦੀਆਂ ਨਹੀਂ, ਲੇਕਿਨ ਇਹ ਉੱਭਰ ਕੇ ਅੱਗੇ ਆ ਰਿਹਾ ਹੈ। ਦੂਸਰਾ ਵੀ ਜਿਹੜਾ ਪੰਜਾਬ ਕਿਸੇ ਟਾਈਮ ਸੁਪਨਾ ਕੀ ਅਸੀਂ ਬਚਪਨ 'ਚ ਦੇਖਿਆ ਵੀ ਹੈ
ਵੀ ਵਾਕਈ ਸੁਨਹਿਰਾ ਟਾਈਮ ਸੀ। ਲੋਕ ਭੰਗੜੇ ਪਾਉਂਦੇ ਸੀ, ਅੱਛੇ ਭਾਵੇਂ ਸਹੂਲਤਾਂ ਘੱਟ ਸੀ ਲੇਕਿਨ ਮੌਜ ਮੇਲੇ ਜ਼ਿਆਦਾ ਮਾਣਦੇ ਸੀ। ਮੇਲੇ 'ਚ ਜਾਣਾ ਤੇ ਉੱਥੇ ਬੁਲਬੁਲੇ ਲੈ ਕੇ ਗੁਬਾਰੇ ਲੈ ਕੇ ਖੁਸ਼ ਹੋ ਜਾਣਾ। ਹੁਣ ਗੱਡੀਆਂ ਵੀ ਹੈ, ਟੈਲੀਵਿਜ਼ਨ ਵੀ ਹੈ, ਫਿਲਮ ਸਟਾਰਸ ਵੀ ਹੈ, ਏਸੀਜ਼ ਵੀ ਹੈ, ਇਹੋ ਜਿਹੀਆਂ ਚੀਜ਼ਾਂ ਨਾਲ ਵੀ ਖੁਸ਼ੀ ਜਿਹੜੀ ਹੈ ਉਹ ਕਿਤੇ ਲੈਕਿੰਗ ਹੈ ਜੀ। ਹਰ ਬੰਦੇ ਦੇ ਚਿਹਰੇ ਤੇ ਇੱਕ ਨਕਲੀ ਸਮਾਈਲ ਹੈ, ਨਕਲਾ ਚਿਹਰਾ ਜਿਹੜਾ ਹੈ। ਬਿਲਕੁਲ। ਉਹ ਇਹ ਚੀਜ਼ਾਂ ਅਸੀਂ ਸੋਚਿਆ ਤੁਹਾਨੂੰ ਹੱਸਦੇ ਚਿਹਰੇ ਬਹੁਤ ਘੱਟ ਨਜ਼ਰ ਆਉਂਦੇ ਨੇ। ਕਰੈਕਟ। ਤਾਂ ਇਸੇ ਸੋਚਿਆ ਵੀ ਇਹਦੇ 'ਚ ਕੋਈ ਵਜ੍ਹਾ ਤਾਂ ਡੂੰਗੀ ਲੱਭੀਏ ਇਹਦੀ ਜੀ। ਕਿਵੇਂ। ਫਿਰ ਅਸੀਂ ਇਹ ਵਿਚਾਰ ਮੰਚ ਬਣਾਇਆ। ਇਹ ਵਿਚਾਰ ਮੰਚ ਦਰਦ ਸਮਝਣਾ ਲੋਕਾਂ ਦਾ, ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਅਸਲੀ ਜਿਨ੍ਹਾਂ ਦੀ ਕੰਡਾ ਚੁੱਭ ਰਿਹਾ ਉਹਨਾਂ ਦੀ ਚੀਖ ਸੁਣ ਕੇ ਅਸੀਂ ਸਮਝਦੇ ਹਾਂ ਲੇਕਿਨ ਮਹਿਸੂਸ ਕਰਨਾ ਚਾਹੁੰਦੇ ਸੀ ਜੀ। ਹੁਣ ਅਸੀਂ ਜਿਹੜਾ ਇਹ ਵਰਤ ਹੈ ਇਹ ਤੋਂ ਬਾਅਦ ਅਸੀਂ ਫਿਰ ਕਿਉਂਕਿ ਸਾਡੇ ਪਿੱਛੇ ਐਕਸਪੀਰੀਅੰਸ ਹੈ, ਸਾਡੇ ਕੋਲੀਗਸ ਹੈ, ਜਿਵੇਂ 에ਅਰ ਮਾਰਸ਼ਲ ਸਾਹਿਬ ਹੈ, ਜਨਰਲ ਸਾਹਿਬ ਹੈ, ਹਾਈ ਕੋਰਟ ਦੇ ਜੱਜ ਹੈ, ਪੁਲਿਸ ਦੇ ਸੀਨੀਅਰ DGP ਰਿਟਾਇਰਡ ਹੈ, ਸੋਸ਼ਲ ਵਿਦਵਾਨ ਹੈ, ਰਾਗ ਐਂਡ ਗਿਆਨ ਦੇ ਬਾਰੇ ਗੁਰਮਤ ਦੇ ਭਾਈ ਬਲਦੀਪ ਸਿੰਘ ਹੈ, KC ਸਿੰਘ ਜੀ ਦਾ ਤਾਂ ਵਜੂਦ ਹੈ ਹੀ ਐਜ਼ ਐਕਸਪੀਰੀਅੰਸਡ ਐਂਬੈਸਡਰ ਇਨ ਫੋਰਨ ਸਰਵਿਸ। ਮੈਂ ਇੰਜੀਨੀਅਰ ਹੈ, ਨਾਲ ਸਪੋਰਟਸਮੈਨ ਹੈ, ਬੜਾ ਐਕਸਪੀਰੀਅੰਸ ਹੈ ਸਾਡੇ ਸਾਰਿਆਂ ਲੋਕਾਂ ਦਾ ਆਪਦੇ ਖੇਤਰ 'ਚ। ਤਾਂ ਅਸੀਂ ਸੋਚਿਆ ਵੀ ਇਕੱਠੇ ਜੋੜ ਕੇ ਤੇ ਇਹਨਾਂ ਸਾਰੇ ਮਸਲਿਆਂ ਤੇ ਮੰਥਨ ਕਰਕੇ ਤੇ ਕੁਝ ਆਪਸ਼ਨ ਦਈਏ ਬੱਚਿਆਂ ਨੂੰ, ਲੋਕਾਂ ਨੂੰ, ਜੋ ਨੌਜਵਾਨਾਂ ਨੂੰ, ਸਾਰੇ ਵਰਗਾਂ ਨੂੰ, ਵੀ ਉਹ ਕੁਝ ਆਸ਼ਾ ਦੀ ਕਿਰਨ ਉਹਨਾਂ ਨੂੰ ਜਾਗੇ। ਜੀ। ਇਉਂ ਅਸੀਂ ਇਕੱਠੇ ਹੋਏ ਹਾਂ। ਜੀ। 에ਅਰ ਮਾਰਸ਼ਲ ਸਾਹਿਬ ਤੁਹਾਡੇ ਵੱਲ ਆਉਂਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਵਾਕਈ ਹੀ ਸਾਂਝਾ ਸੁਨਹਿਰਾ ਪੰਜਾਬ ਵਰਗੀਆਂ ਆਰਗੇਨਾਈਜੇਸ਼ਨਸ ਦੀ ਜ਼ਰੂਰਤ ਹੈ? ਹਾਂਜੀ ਬਿਲਕੁਲ ਹੈ। ਜਦੋਂ ਤੋਂ ਸਾਡਾ ਮੰਚ ਲਾਂਚ ਹੋਇਆ ਅਸੀਂ ਅੱਡ-ਅੱਡ ਹਲਕਿਆਂ ਦੇ ਵਿੱਚ ਟੂਰ ਕਰਦੇ ਹਾਂ ਤੇ ਲੋਕਾਂ ਨਾਲ ਵਿਚਾਰ ਸਾਂਝਾ ਕਰਦੇ ਹਾਂ। ਜੀ। ਇਹ ਜਿਹੜਾ ਦੁੱਖ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਸਾਡੇ ਨਾਲ ਧੋਖਾ ਹੋ ਰਿਹਾ ਹੈ, ਉਹ ਬਹੁਤ ਡੂੰਘਾ ਹੈ ਤੇ ਸਾਡਾ ਮਕਸਦ ਇਹ ਹੈ ਵੀ ਉਹਨਾਂ ਦੀਆਂ ਗੱਲਾਂ ਸੁਣੀਏ ਤੇ ਉਹਨਾਂ ਦੀ ਆਵਾਜ਼ ਬਣੀਏ। ਜੀ। ਤੇ ਅਸੀਂ ਜਿੱਥੇ ਵੀ ਜਾਂਦੇ ਹਾਂ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਾਂ ਵੀ ਤੁਸੀਂ ਉੱਠੋ, ਖੜੇ ਹੋਵੋ। ਇਹ ਡੈਮੋਕ੍ਰੈਟਿਕ ਕੰਟਰੀ ਹੈਗੀ ਹੈ, ਤੁਸੀਂ ਪੋਲੀਟੀਕਲ ਪ੍ਰੋਸੈਸ ਦਾ ਹਿੱਸਾ ਬਣੋ, ਹਿੱਸਾ ਹੀ ਨਹੀਂ ਬਣੋ, ਉਹਨੂੰ ਲੀਡ ਕਰੋ। ਜੀ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਦੀ ਰਾਜਨੀਤੀ ਸਮਝੀਏ, ਸਾਨੂੰ ਪੂਰੇ ਵਿਸ਼ਵ ਦੀ ਰਾਜਨੀਤੀ ਦਾ ਵੀ ਗਿਆਨ ਹੋਣਾ ਚਾਹੀਦਾ। ਵਾਟਸ ਗੋਇੰਗ ਔਨ ਇਨ ਦ ਇੰਟਾਇਰ ਵਰਲਡ, ਕੀ ਕੁਝ ਚੱਲ ਰਿਹਾ ਹੈ, ਵੱਡੇ ਲੈਵਲ ਤੇ ਕਿਸ ਤਰ੍ਹਾਂ ਦੀਆਂ ਗੇਮਸ ਖੇਡੀਆਂ ਜਾ ਰਹੀਆਂ ਨੇ। ਕਿਉਂਕਿ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਪੰਜਾਬ ਤੱਕ ਹੀ ਸੀਮਿਤ ਰਹਿ ਗਏ ਨੇ। ਬੇਸ਼ੱਕ ਸਾਡੇ ਹੱਥ ਦੇ ਵਿੱਚ ਅੱਜ ਸੋਸ਼ਲ ਮੀਡੀਆ ਵਰਗੇ ਬਹੁਤ ਸਾਰੇ ਟੂਲਸ ਨੇ, ਪਰ ਫਿਰ ਵੀ ਸਾਡੀ ਨੌਜਵਾਨੀ ਜਿਹੜੀ ਹੈ ਉਹ ਪੜ੍ਹਾਈ ਤੋਂ ਪਿੱਛੇ ਹੋਣ ਕਰਕੇ ਸਾਖਰਤਾ ਤੋਂ, ਜੋ ਅਸਲੀ ਸਾਖਰਤਾ ਹੈ, ਸਾਨੂੰ ਉਨੀ ਐਜੂਕੇਸ਼ਨ ਉਹਨਾਂ ਚੀਜ਼ਾਂ ਬਾਰੇ ਨਹੀਂ ਹੈ, ਸਾਨੂੰ ਨੌਲੇਜ ਉਹਨਾਂ ਚੀਜ਼ਾਂ ਬਾਰੇ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਜਾਗਰੂਕ ਉਸ ਤਰੀਕੇ ਦੇ ਨਾਲ ਕਰਨਾ ਚਾਹੀਦਾ? ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ। ਜੋ ਕਿ ਸਵਾਲ ਹੈ ਆਪਣੀ ਪੰਜਾਬੀਆਂ ਦੀ ਪਹੁੰਚ ਦਾ, ਜੀ, ਉਹ ਤਾਂ ਆਪਣਾ ਪੰਜਾਬੀ ਤਾਂ ਸਪਰੈਡ ਆਊਟ ਹੈਗੇ ਵਰਲਡ ਵਾਈਡ। ਜੀ। ਇਹ ਨੋਨ ਹੈ। ਜਦੋਂ ਵੀ ਕਿਤੇ ਕੋਈ ਸੰਕਟ ਹੁੰਦਾ ਸਾਰੀ ਦੁਨੀਆ ਦੇ ਲੈਵਲ ਦੇ ਉੱਤੇ ਆਪਣੇ ਪੰਜਾਬੀ ਉੱਠ ਕੇ ਬਾਹਰ ਆਉਂਦੇ ਹੈ ਹੈਲਪ ਕਰਨ ਲਈ। ਜੀ। ਉਹ ਪਿੱਛੇ ਜਿਹਦੇ ਵਿੱਚ ਕਿਤੇ ਹਰੀਕੇਨ ਆਉਂਦਾ, ਕਿਤੇ ਟੋਰਨੇਡੋ ਆਉਂਦਾ, ਕਿਤੇ ਭੁਚਾਲ ਆ ਗਿਆ, ਕਿਤੇ ਅਨਰੈਸਟ ਹੋ ਗਿਆ ਬਿਕੋਜ਼ ਆਫ ਸਿਵਲ ਡਿਸਟਰਬੈਂਸ, ਉੱਥੇ ਰਿਫਿਊਜੀਜ਼ ਆ ਦੇਖ ਲਓ ਆਪਣੇ ਬੰਗਲਾਦੇਸ਼ ਦੇ ਬਾਰਡਰ ਤੇ, ਉੱਥੇ ਪੰਜਾਬੀ ਪਹੁੰਚੇ ਹੁੰਦੇ ਐਟ ਅ ਵਰਲਡ ਲੈਵਲ। ਉਹਨਾਂ ਦਾ ਇੰਟਰਨੈਸ਼ਨਲ ਲੈਵਲ ਤੇ ਆਪਰੇਟ ਕਰਦੇ। ਮੇਰਾ ਨਹੀਂ ਖਿਆਲ ਹੋਰ ਕੋਈ ਇਹੋ ਜਿਹੀ ਕਮਿਊਨਿਟੀ ਹੈਗੀ ਹੈ ਜਿਨ੍ਹਾਂ ਦੀ ਇੰਨੀ ਰੀਚ ਹੈ। ਜੀ। ਪਰ ਜਿਹੜੀ ਤੁਸੀਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਉਹ ਬੜੀ ਦੁੱਖ ਭਰੀ ਹੈਗੀ ਹੈ। ਜੀ। ਕਿਉਂਕਿ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈ ਉਹਦੀ ਤਾਂ ਮੇਜਰ ਰੀਵੈਂਪਿੰਗ ਰਿਕੁਆਇਰਡ ਹੈ। ਮੇਰੇ ਹਿਸਾਬ ਨਾਲ ਐਜੂਕੇਸ਼ਨ ਸਿਸਟਮ ਇਹੋ ਜਿਹਾ ਹੋਵੇ ਕਿ ਹਰੇਕ ਵਰਗ ਦੇ ਤੇ ਹਰੇਕ ਲੈਵਲ ਦੇ ਬੱਚੇ ਦੀ ਰਿਕੁਆਇਰਮੈਂਟ ਨੂੰ ਕੇਟਰ ਕਰੇ ਹੋ। ਜੀ। ਜਿਹਦੇ ਲਈ ਜ਼ਰੂਰੀ ਹੈ ਕਿ ਸਕੂਲਿੰਗ ਥਿਓਰੀਟੀਕਲ ਪੜ੍ਹਾਈ ਦੇ ਨਾਲ ਵੋਕੇਸ਼ਨਲ ਟ੍ਰੇਨਿੰਗ ਵੀ 5ਵੀਂ 6ਵੀਂ ਕਲਾਸ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ। ਕੁਝ ਬੱਚੇ ਹੈਗੇ ਜਿਹੜੀ 10ਵੀਂ 11ਵੀਂ ਕਰਕੇ ਉਹ ਚਾਹੁੰਦੇ ਕਿ ਜੀ ਅਸੀਂ ਹੁਣ ਆਪਦਾ ਜੌਬ ਵਗੈਰਾ ਕੁਝ ਸ਼ੁਰੂ ਕਰੀਏ, ਉਹਨਾਂ ਕੋਲੇ ਉਹ ਆਪਸ਼ਨ ਹੋਵੇ, ਉਹ ਮਾਰਕੀਟ ਦੇ ਵਿੱਚ ਜਾਣ, ਇੰਪਲੋਏਬਲ ਹੋਣ, ਮਾਰਕੀਟ ਨੂੰ ਉਹਨਾਂ ਦੀ ਲੋੜ ਹੋਵੇ ਕਿਉਂਕਿ ਉਹਨਾਂ ਕੋਲੇ ਉਹ ਟੈਲੈਂਟ ਹੈਗਾ। ਕੱਲਾ ਇੱਟਾਂ ਢੋਣ ਜੋਗੇ ਨਹੀਂ ਹੈਗੇ 10ਵੀਂ ਕਲਾਸ ਵਾਲੇ। ਬਿਲਕੁਲ। ਤੇ ਉਹ ਆਪਣਾ ਐਜੂਕੇਸ਼ਨ ਸਿਸਟਮ ਉਹਨੇ ਕੇਟਰ ਕਰਨਾ। ਜਿਹੜੇ ਬੱਚੇ ਹਾਇਰ ਸਟੱਡੀਜ਼ ਕਰਨੇ ਚਾਹੁੰਦੇ ਆ, ਕੋਈ ਟਾਈਮ ਹੁੰਦਾ ਸੀਗਾ ਜੀ ਸਾਰੀ ਦੁਨੀਆ ਆਪਣੇ ਕੋਲੇ ਆਉਂਦੀ ਸੀ। ਇੰਡੀਆ ਦੀ ਵਰਲਡ ਦੀ ਜਿਹੜੀ ਪਹਿਲੀ ਯੂਨੀਵਰਸਿਟੀ ਸੀ ਉਹ ਇੰਡੀਆ 'ਚ ਸੀਗੀ। ਸਾਰੀ ਦੁਨੀਆ ਐਜੂਕੇਸ਼ਨ ਲਈ ਇੱਥੇ ਜਾਂਦੀ ਸੀ। ਹੁਣ ਆਪਣੇ ਬੱਚੇ ਵਿਚਾਰੇ ਕੋਈ ਕੈਨੇਡਾ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ। ਵਾਈ? ਕਿਉਂਕਿ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਇਜ਼ ਉਹਦੀ ਰਿਕੁਆਇਰਮੈਂਟ ਹੈ ਕਿ ਉਹ ਮੇਜਰ ਰੀਵੈਂਪਿੰਗ ਹੋਵੇ।
ਅੱਜ ਦੇ ਹਾਲਾਤ ਦੇ ਹਿਸਾਬ ਨਾਲ ਇੰਡਸਟਰੀ ਨੂੰ ਕੀ ਲੋੜ ਹੈ ਉਹਦੇ ਹਿਸਾਬ ਨਾਲ ਉਹਦਾ ਕੋਆਰਡੀਨੇਸ਼ਨ ਹੋਣੀ ਚਾਹੀਦੀ ਇੰਡਸਟਰੀ ਵੀ ਉਹਨਾਂ ਨੂੰ ਕਿਹੋ ਜਿਹੇ ਲੋਕ ਚਾਹੀਦੇ ਆ ਬਾਹਰ ਮਾਰਕੀਟ ਦੇ ਵਿੱਚ ਤਾਂ ਕਿ ਇਹ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਡਿਗਰੀ ਇਹਦੀ ਕੋਈ ਵੈਲਿਊ ਹੋਵੇ। ਆਪਣੇ ਇੱਥੇ ਡਾਕਟਰ ਬਣ ਜਾਂਦੇ, ਡੈਂਟਿਸਟ ਬਣ ਜਾਂਦੇ, ਉਹਨਾਂ ਦੀ ਰੈਕਗਨੀਸ਼ਨ ਹੀ ਨਹੀਂ। ਅਮਰੀਕਾ 'ਚ ਜਾਂਦੇ ਉਹਨਾਂ ਤੋਂ ਐਗਜ਼ਾਮ ਹੀ ਨਹੀਂ ਪਾਸ ਹੁੰਦੇ। ਤਾਂ ਇਹ ਤਰਾਜ਼ਦੀ ਹੈ ਸਾਡੇ ਪੰਜਾਬ ਦੀ, ਸਾਡੇ ਭਾਰਤ ਦੀ। ਕਹਿੰਦੇ ਨੇ ਇਸ ਅਹਿਦੇ ਤਰੱਕੀ ਕੇ ਅੰਦਾਜ਼ ਨਿਰਾਲੇ हैं, जहनों में अंधेरे हैं और सड़कों पे उजाले है। ਸੰਧੂ ਸਾਹਿਬ ਜੇ ਮੈਂ ਜੇਕਰ ਇਹ ਕਹਾਂ ਤਾਂ ਇਹ ਗਲਤ ਨਹੀਂ ਹੋਏਗਾ ਕਿ ਮੇਰਾ ਅਗਲਾ ਸਵਾਲ ਤਿੱਖਾ ਹੋਣ ਵਾਲਾ ਹੈ। ਸਾਂਝਾ ਸੁਨਹਿਰਾ ਪੰਜਾਬ ਵਰਗੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੁਣ ਤੱਕ ਬਣ ਚੁੱਕੀਆਂ ਨੇ, ਬਣ ਕੇ ਖ਼ਤਮ ਹੋ ਚੁੱਕੀਆਂ ਨੇ, ਤਾਂ ਕੀ ਇਹ ਤੁਹਾਡੀ ਆਰਗੇਨਾਈਜੇਸ਼ਨ ਇਸ ਤਰ੍ਹਾਂ ਦੇ ਕਿਹੜੇ ਕੰਮ ਕਰੇਗੀ ਜਾਂ ਵਾਕਈ ਹੀ ਇਹ ਮਿਆਰੀ ਸਾਬਿਤ ਹੋਣ ਵਾਲੀ ਹੈ? ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਗੱਲ ਸੀਗੀ, ਥੋੜਾ ਵਿਚਾਰ ਮੈਂ ਸਮਝ ਗਿਆ ਹੈ ਵੀ ਇਹੋ ਜਿਹੀਆਂ ਸੰਸਥਾ ਬਣ ਗਈਆਂ ਔਰ ਵਿਕਰ ਗਈਆਂ ਜੀ। ਪਰ ਇੱਕ ਗੱਲ ਸੁਣ ਲਓ, ਖੁਸ਼ਬੂ ਫੁੱਲ ਭਾਵੇਂ ਇੱਕ ਦਿਨ ਲਈ ਆਵੇ ਉਹ ਦੇ ਜਾਂਦਾ ਜੀ। ਮੈਂ ਸਮਝਦਾ ਜਿੰਨੀਆਂ ਸੰਸਥਾ ਚੰਗੇ ਸੋਚ ਕੇ ਆਈਆਂ ਉਹ ਕੁਛ ਨਾ ਕੁਛ ਦੇ ਗਈਆਂ ਜੀ। ਭਾਵੇਂ ਉਹ ਲੰਬੇ ਅਰਸੇ ਨਹੀਂ ਚੱਲ ਸਕੀਆਂ, ਭਾਵੇਂ ਉਹਨਾਂ ਨੂੰ ਹੋਰ ਤਾਕਤਾਂ ਨੇ ਖਤਮ ਕਰ ਦਿੱਤਾ, ਕੁਚਲ ਦਿੱਤਾ, ਲੇਕਿਨ ਫੁੱਲ ਵੀ ਜਦ ਕੁਚਲਿਆ ਜਾਂਦਾ ਹੈ ਤੇ ਉਹ ਕੁਚਲਣੇ ਵਾਲੇ ਨੂੰ ਵੀ ਪੈਰ ਤੇ ਖੁਸ਼ਬੂ ਛੱਡ ਜਾਂਦਾ ਹੈ। ਜੀ। ਪੰਜਾਬ ਦੀ ਧਰਤੀ ਨੂੰ ਇਹੋ ਜਿਹੇ ਮੰਚਾਂ ਦੀ ਬਹੁਤ ਲੋੜ ਹੈ। ਜੀ। ਆਉਂਦੇ ਰਹੇ ਨੇ, ਸਾਡੇ ਅਸੀਂ ਵੀ ਰਵਾਂਗੇ, ਸਾਡੇ ਮਗਰੋਂ ਵੀ ਆਉਣਗੇ। ਜੀ। ਤਾਂ ਇਹ ਆਪਣਾ ਇੱਕ ਸੋਸ਼ਲ ਰੋਲ ਇਹ ਮੰਠਨ ਵਿੱਚ ਇੱਕ ਰੈਵੋਲੂਸ਼ਨ ਦੇ ਤੌਰ ਤੇ ਪੀਸਫੁਲ ਐਂਡ ਥਾਟ ਰੈਵੋਲੂਸ਼ਨ ਲਿਆਉਣ ਦੀ ਜ਼ਰੂਰਤ ਹੈ। ਜੀ। ਅਸੀਂ ਸਮਝਦੇ ਹਾਂ ਵੀ ਸਾਡੀ ਆਰਗੇਨਾਈਜੇਸ਼ਨ ਪਹਿਲੀ ਗੱਲ ਤੇ ਇਹ ਪੋਲੀਟੀਕਲ ਹੈ, ਬਟ ਪੋਲੀਟੀਕਲ ਮਸਲਿਆਂ ਤੇ ਗੱਲ ਕਰੇਗੀ, ਕਿਉਂਕਿ ਬਿਨਾਂ ਪਾਵਰ ਤੋਂ, ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਹੈ ਨਾ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਪੋਲੀਟਿਕਸ ਇਜ਼ ਅ ਪਾਰਟ ਆਫ ਲਾਈਫ। ਆਪਾਂ ਵੋਟ ਪਾਉਣ ਜਾਂਦੇ ਹਾਂ, ਆਪਾਂ ਕਦੇ ਕਾਂਗਰਸ ਨੂੰ, ਕਦੇ ਅਕਾਲੀ ਨੂੰ, ਕਦੇ ਆਪ ਨੂੰ। we have some options, we exercise. If those options are well informed, ਅਗਰ ਨੌਜਵਾਨ, ਗਰੀਬ, ਪੁਅਰ, ਅਮੀਰ, ਜੋ ਵੀ ਪੰਜਾਬ ਦੇ ਸਾਰੇ ਵਾਸੀ ਹੈ, ਵੋਟਰ ਹੈ, ਅਗਰ ਉਹ ਸਮਝ ਕੇ ਵੋਟ ਪਾਉਣਗੇ ਤਾਂ ਸੁਧਾਰ ਹੋਏਗਾ। ਜੀ। ਬਿਨਾਂ ਪੋਲੀਟੀਕਲ ਪਾਵਰ ਨੂੰ ਸਹੀ ਕੀਤਿਆਂ ਪੰਜਾਬ ਦਾ ਹੱਲ ਹੈ ਹੀ ਨਹੀਂ। ਜੀ। ਜੇ ਆਪਾਂ ਉਹਨਾਂ ਦੀ ਜੁਮਲੇਬਾਜ਼ੀ 'ਚ ਫਸਦੇ ਰਹਿਣਾ ਜੀ, ਆ ਮੁਫਤ ਦੇਤਾ, ਕਿਸੇ ਨੂੰ ਸ਼ਰਾਬ ਵੰਡ ਕੇ ਦੇਤਾ, ਕਿਸੇ ਨੂੰ ਕੋਈ ਕੱਪੜੇ ਵੰਡਤੇ, ਕਿਸੇ ਨੂੰ ਕੁਝ ਹੋਰ ਝੂਠੇ ਤਲਾਸੇ ਦੇ ਕੇ ਵੋਟਾਂ ਬਟੋਰ ਲੈਣੀਆਂ, ਪੰਜਾਬ ਦਾ ਕਦੇ ਵੀ ਹੱਲ ਨਹੀਂ ਹੈ। ਔਰ ਪੰਜਾਬ ਇੰਨਾ ਥੱਲੇ ਮਾਲੀ ਤੌਰ ਤੇ, ਹੋਰ ਸੋਸ਼ਲ ਪੈਰਾਮੀਟਰਸ ਤੇ ਇੰਨਾ ਕੁ ਨੀਵਾਂ ਗਿਰ ਗਿਆ ਹੈ ਖੇਡਾਂ ਵਿੱਚ, ਤਾਂ ਕਿ ਉਹ ਇਦੋਂ ਨੀਚੇ ਹੁਣ ਕਿੱਥੇ ਜਾਵੇਗਾ। ਸਾਡੀ ਸੋਚ ਹੈ ਵੀ ਸਾਡੇ ਥੋੜੇ ਜਿਹੇ ਹੁੰਗਾਰੇ ਨਾਲ, ਥੋੜੀ ਜਿਹੀ ਸਿਹਤ ਵਿਖਾਉਣ ਨਾਲ ਇਹ ਜੋਸ਼ ਪੈਦਾ ਵਾਪਸ ਹੋਊਗਾ। ਲੋਕ ਕਹਿਣਗੇ ਵੀ ਹਾਂ, ਤਾਕਤ ਸਾਡੇ ਹੱਥ 'ਚ ਹੈ। ਇਸ ਵਕਤ ਪਬਲਿਕ ਦੀ ਕਮਜ਼ੋਰੀ ਕੀ ਬਣ ਗਈ ਹੈ? ਨਿਰਾਸ਼ਾ ਦੀ ਇੱਕ ਮਾਹੌਲ ਹੈ। ਜੀ। ਨਿਰਾਸ਼ਾ ਦੇ ਮਾਹੌਲ 'ਚ ਕੋਈ ਚਮੀ ਨੰਗੀ ਸੋਚ ਦੀ ਉਮੀਦ ਹੈ ਹੀ ਨਹੀਂ। ਇੱਕੋ ਹੀ ਤਰੀਕਾ ਹੈ, ਜਾਂ ਤਾਂ ਨਸ਼ੇ ਖਾ ਕੇ ਪੈ ਜਾਂਦੇ ਹੈ, ਜੀ, ਜਾਂ ਜ਼ਮੀਨ ਵੇਚ ਕੇ ਕੈਨੇਡਾ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਣਾ ਚਾਹੁੰਦੇ ਹੈ। ਜੀ। ਇਹ ਚੀਜ਼ ਤਾਂ ਪੰਜਾਬ ਲਈ ਹਾਨੀਕਾਰਕ ਹੈ। ਨਾ ਨਸ਼ੇ ਚੰਗੇ ਹੈ, ਨਾ ਸਾਡਾ ਬ੍ਰੇਨ ਡਰੇਨ ਤੋਂ ਚੰਗਾ ਹੈ। ਬਿਲਕੁਲ। ਤੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਰੱਖਿਆ ਜਾਵੇ, ਪੰਜਾਬ ਵਿੱਚ ਇਹਨਾਂ ਨੂੰ ਕਿਵੇਂ ਸੇਧ ਦਿੱਤੀ ਜਾਵੇ, ਐਕਚੁਅਲੀ ਤਾਕਤ ਪਬਲਿਕ ਦੇ ਹੱਥ 'ਚ ਹੈਗੀ ਹੈ, ਉਹ ਵਰਤ ਨਹੀਂ ਪਾ ਰਹੇ ਹੈਗੇ। ਤਾਂ ਅਸੀਂ ਚਾਹੁੰਦੇ ਹਾਂ ਮੁੱਦਿਆਂ ਨੂੰ ਤੁਹਾਨੂੰ ਦਸੀਏ, ਤਾਂ ਕਿ ਜਦ ਵੀ ਕੋਈ ਪੋਲੀਟੀਕਲ ਵੋਟ ਪਾਉਣ ਜਾਓ, ਯੂ ਇਨਫੋਰਮਡ ਵੋਟ ਦਿਓ। ਨੰਬਰ 2, ਜਿਹੜੇ ਕੋਈ ਜੁਮਲੇਬਾਜ਼ ਤੁਹਾਡੇ ਕੋਲ ਵੋਟਾਂ ਮੰਗਣ ਆਉਣ, ਉਹਨਾਂ ਨੂੰ ਆਉਣ ਦਿਓ। ਇਹ ਜਿਹੜੀ ਮੁਹਿੰਮ ਹੈ ਨਾ ਨਵੀਂ, ਵੀ ਅਸੀਂ ਪਾਰਟੀਆਂ ਨੂੰ ਪਿੰਡਾਂ 'ਚ ਆਉਣ ਨਹੀਂ ਦੇਣਾ, ਉਹਦੇ ਨਾਲ ਮੈਂ ਸਹਿਮਤ ਨਹੀਂ ਹੈ, ਕਿਉਂਕਿ ਬੇਸਿਕਲੀ ਡੈਮੋਕ੍ਰੈਟਿਕ ਐਂਡ ਪੀਸਫੁਲ ਤਰੀਕੇ ਨਾਲ ਹੀ ਚੇਂਜ ਲਿਆਉਣੀ ਆਪਾਂ। ਪਰ ਬਚੇ ਖੁਚੇ ਤਰੀਕੇ ਦੇ ਨਾਲ ਪਾਰਟੀਆਂ ਤਾਂ ਸਾਡੇ ਕੋਲ ਲੈ ਦੇ ਕੇ ਉਹੀ 2-3 ਹੈਗੀਆਂ ਨੇ, ਤਾਂ ਕਿ ਨਵੇਂ ਕੈਂਡੀਡੇਟਸ, ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਸਾਰੀ ਮੁਹਿੰਮ ਚੱਲੀਆਂ। ਕੋਈ ਬਹੁਤ ਨਾਮੀ ਖੈਰ ਚਿਹਰੇ ਸੀ, ਮੈਂ ਉਹਨਾਂ ਦਾ ਨਾਮ ਨਹੀਂ ਲਾਂਗੀ, ਕਿ ਉਹਨਾਂ ਨੇ ਆਪਣੀ ਪਾਰਟੀ, ਉਹਨਾਂ ਨੇ ਸੋਚਿਆ ਕਿ ਅਸੀਂ ਸੰਘਰਸ਼ ਵਿੱਢੀਏ, ਅਸੀਂ ਇੱਕ ਨਵੀਂ ਮੁਹਿੰਮ ਚਲਾਈਏ, ਪਰ ਇਸ ਕਿਸਮ ਨਾਲ ਨਹੀਂ ਹੋ ਪਾਇਆ। ਪਿਛਲੇ ਦਿਨੀ ਪੰਜਾਬ ਦੇ ਵਿੱਚ ਦੇਖਣ ਨੂੰ ਆਇਆ ਕਿ ਕੁਝ ਨਾਮੀ ਚਿਹਰਿਆਂ ਨੇ ਕੋਸ਼ਿਸ਼ ਕੀਤੀ ਕਿ ਮੁਹਿੰਮ ਨਵੇਂ ਸਿਰੇ ਤੋਂ ਚਲਾਈ ਜਾਵੇ, ਆਪਣੀ ਪਾਰਟੀ ਬਣਾਈ ਜਾਵੇ, ਪਰ ਕਿਸੇ ਨਾ ਕਿਸੇ ਤਰੀਕੇ ਪਾਰਟੀਆਂ ਨੂੰ ਕੁਚਲਿਆ ਗਿਆ। ਕਿ ਤੁਹਾਡੇ ਮੰਚ ਵੱਲੋਂ ਮੈਂ ਸੁਣਿਆ ਕਿ ਕੁਐਸਚਨਸ ਰੇਜ਼ ਕੀਤੇ ਜਾਂਦੇ ਨੇ, ਨੌਜਵਾਨਾਂ ਦੀ ਅਣਖ ਨੂੰ ਜਗਾਇਆ ਜਾਂਦਾ ਹੈ, ਤਾਂ ਕਿਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਨੇ? ਪਹਿਲੀ ਗੱਲ ਤਾਂ ਅਸੀਂ ਪੁੱਛਣ ਜਾ ਰਹੇ ਹਾਂ, ਅਸੀਂ ਉਹਨਾਂ ਨੂੰ ਦੱਸਣ ਨਹੀਂ ਜਾ ਰਹੇ। ਜੀ। ਦੇयर इज द डिफरेंस। ਐਗਜ਼ੈਕਟਲੀ। ਵੀ ਰਿਅਲਾਈਜ਼ ਵੀ ਅਸੀਂ ਸੌਖੇ ਹਾਂ, ਸਾਡੇ ਕੋਲ ਮੀਨਸ ਹੈਗੀਆਂ, ਘਰ-ਬਾਰ ਹੈ, ਸੈਟਲਡ ਹੈ, ਸਾਡੇ ਕੋਲ ਜਾਣਕਾਰੀ ਹੈ
ਪ੍ਰੋਬਲਮਸ ਦੀ ਜੀ। ਪਰ ਜਿਹੜਾ ਐਕਚੁਅਲ ਮੈਂ ਤੁਹਾਨੂੰ ਅਗੇਨ ਰਿਪੀਟ ਕਰਦਾ ਉੱਥੇ ਜਾ ਕੇ ਉਹਨਾਂ ਦੀ ਜ਼ੁਬਾਨੀ ਅਸੀਂ ਸੁਣਨਾ ਚਾਹੁੰਦੇ ਹਾਂ ਕਿਉਂਕਿ ਜਦ ਤੱਕ ਸਾਡੇ ਕੋਲ ਉਹਨਾਂ ਦੀ ਉਹ ਸਹੀ ਮਹਿਸੂਸ ਨਹੀਂ ਕਰ ਪਾਵਾਂਗੇ ਸ਼ਾਇਦ ਅਸੀਂ ਸਹੀ ਹੱਲ ਨਾ ਦੱਸ ਸਕੀਏ। ਸਾਡਾ ਜਵਾਬ ਵੀ ਸਾਡਾ ਹੱਲ ਵੀ ਸੁਪਰਫਿਸ਼ਲ ਨਾ ਰਹਿ ਜੇ ਜੀ, ਡੂੰਘਾਈ 'ਚ ਜਾਣਾ। ਸੋ ਸਾਡਾ ਪਹਿਲਾ ਦੌਰਾ ਜਿਹੜਾ ਹੁਣੇ ਸ਼ੁਰੂ ਕੀਤਾ ਸੀ 3-4 ਜਗ੍ਹਾ ਜਾ ਆਏ ਹਾਂ ਜੀ। ਉੱਥੇ ਅਸੀਂ ਮੰਚ ਹੈ, ਵਿਚਾਰ ਮੰਚ ਹੈ, ਥਿੰਕ ਜਿਹਨੂੰ ਆਪਾਂ ਟਾਊਨ ਹਾਲ ਕਹਿੰਦੇ ਹਾਂ ਅੰਗਰੇਜ਼ੀ 'ਚ, ਉਹ ਅਸੀਂ ਆਪਦੀ ਫਿਲਾਸਫੀ ਦੱਸਣ ਤੋਂ ਬਾਅਦ, ਸੋਚ ਵਿਜ਼ਨ ਦੱਸਣ ਤੋਂ ਬਾਅਦ ਅਸੀਂ ਲੋਕਾਂ ਦੇ ਵਿੱਚ ਮਾਈਕ ਭੇਜ ਦਿੰਦੇ ਹਾਂ ਜੀ। ਹਰ ਬੰਦਾ ਕੋਈ ਵੀ ਹੈ ਕਿਸੇ ਵਰਗ ਦਾ ਉਹ ਉੱਠ ਕੇ ਅਸੀਂ ਮੀਟਿੰਗਸ ਜਿਹੜੀਆਂ 300 ਤੋਂ ਨਹੀਂ ਵਧਾਉਂਦੇ ਪਏ ਕਿਉਂਕਿ ਲਿਮਿਟਸ ਹੈ ਕੋਵਿਡ ਕਰਕੇ ਤੇ ਜੇ ਇੰਡੋਰ ਹੁੰਦੀ ਹੈ 200 ਕਰਦੇ ਜੇ ਬਾਹਰ ਹੁੰਦੀ ਹੈ ਤੇ 300 ਦੀ ਲਿਮਿਟ ਹੈ ਪੰਜਾਬ ਗਵਰਨਮੈਂਟ ਦੀ ਉਹਨੂੰ ਅਸੀਂ ਬਕਾਇਦਾ ਔਰ ਬਹੁਤ ਹੁੰਦੀ ਹੈ ਇੰਨੀ ਕੁ ਸੈਂਪਲਿੰਗ ਕਹਿ ਲਓ ਜੀ। ਉੱਥੋਂ ਫਿਰ ਜਿਹੜੀਆਂ ਆਵਾਜ਼ਾਂ ਆਉਂਦੀਆਂ ਉਹ ਅਸੀਂ ਨੋਟ ਕਰਦੇ ਹਾਂ ਜੀ। ਨੋਟ ਕਰਦੇ ਰਹਿੰਦੇ ਹਾਂ ਔਰ ਉਹਨਾਂ ਨੂੰ ਜਿੱਥੇ ਤਾਂ ਸਾਡਾ ਕੋਈ ਰਿਐਕਸ਼ਨ ਦੇ ਸਕਦੇ ਦਿੰਦੇ ਹਾਂ ਪਰ ਅਸੀਂ ਨਾਲ ਇਹ ਕਹਿ ਕੇ ਆਨੇ ਵੀ ਤੁਹਾਡੇ ਮਸਲੇ ਅਸੀਂ ਨੋਟ ਕਰ ਲਏ ਹੈ ਹੁਣ ਸਾਡਾ ਕੰਮ ਹੈ ਪ੍ਰੋਫੈਸ਼ਨਲੀ ਤਰੀਕੇ ਨਾਲ ਇਹਨਾਂ ਨੂੰ ਫੋਲੋ ਅਪ ਕਰਨਾ। ਅਗਲੇ ਗੇੜੇ 'ਚ ਤੁਹਾਨੂੰ ਮੰਥਨ ਕਰਕੇ ਸਾਡੇ ਪਿੱਛੇ ਬਹੁਤ ਸਾਰੇ ਰਿਟਾਇਰਡ ਆਫੀਸਰ ਸਾਹਿਬਾਨ ਹੈਗੇ ਨੇ ਥਿੰਕ ਟੈਂਕਰਸ ਡੋਮੇਨ ਸਪੈਸ਼ਲਿਸਟ ਜੀ। ਉਹਨਾਂ ਨਾਲ ਅਸੀਂ ਵਿਚਾਰ ਮੰਚ ਕਰਕੇ ਇੱਕ ਥਾਟ ਥਰੂ ਰੀਜ਼ਨਡ ਆਰਗੂਮੈਂਟ ਐਂਡ ਰਸਤਾ ਦਿਖਾਵਾਂਗੇ ਹਰ ਮਸਲੇ ਦਾ ਜੀ। ਤਾਂ ਕਿ ਤੁਹਾਨੂੰ ਕੋਈ ਇਹ ਨਾ ਕਹਿ ਦੇ ਵੀ ਮੈਂ ਫ੍ਰੀ ਦੇ ਦੂੰ। ਮਸਲਨ ਫॉर ਐਗਜ਼ਾਮਪਲ ਹੁਣ ਇੱਕ ਦਿੱਲੀ ਦੀ ਪਾਰਟੀ ਹੈ ਜਿਹੜੇ ਪਿਛਲੇ ਸਾਲ ਵੀ ਪਿਛਲੇ ਇਲੈਕਸ਼ਨਾਂ 'ਚ ਵੀ ਪੰਜਾਬ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਲੇਕਿਨ ਘੱਟ ਰਹਿ ਗਏ ਉਹਨਾਂ ਦੇ ਗਿਣਤੀ 'ਚ ਆਪੋਜੀਸ਼ਨ ਤਾਂ ਬਣ ਗਈ ਪ੍ਰਿੰਸੀਪਲ ਬਟ ਦੇ ਕੁਡ ਨਾਟ ਯੀਲਡ ਪਾਵਰ। ਉਹ ਉਹਨਾਂ ਦੇ ਬੰਦੇ ਆਏ ਸੀ ਇੱਥੇ ਉਹ ਕਹਿਣ ਲੱਗੇ ਜੀ ਮੈਂ 300 ਯੂਨਿਟ ਫ੍ਰੀ ਦੇਵਾਂਗਾ ਜਿਵੇਂ ਮੈਂ ਦਿੱਲੀ 'ਚ ਦਿੰਦਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਬਿਲਕੁਲ ਝੂਠੀ ਵਾਅਦੇ ਹੈ। ਅਗਰ ਵਾਅਦਾ ਝੂਠਾ ਨਹੀਂ ਤੇ ਵਾਅਦਾ ਐਸਾ ਹੈ ਜਿਹੜੀ ਪੰਜਾਬ ਦੀ ਕਮਰ ਜਮਾਂ ਹੀ ਤੋੜ ਦੂਗਾ। ਪੰਜਾਬ ਨੂੰ ਮੁਫਤ ਨਹੀਂ ਚੀਜ਼ ਦੇਣੀ ਅਸੀਂ ਭੀਖ ਮੰਗੇ ਨਹੀਂ ਹੈ। ਬਿਲਕੁਲ ਪੰਜਾਬ ਦਾ ਪੈਸਾ ਹੈ ਉਹਨੂੰ ਸਹੀ ਵਰਤੋਂ ਕਰੋ। 5 ਸਾਲ ਲੱਗਣ 10 ਸਾਲ ਲੱਗਣ ਸਹੀ ਰਾਹ ਤੇ ਲਿਆਓ ਕਿਉਂਕਿ ਕੈਂਸਰ ਵਾਂਗੂ ਇਹ ਫੈਲ ਚੁੱਕਿਆ ਹੈ। ਇਹ ਮੁਫਤ ਦੇ ਕੇ ਐਵੇਂ ਤੁਸੀਂ ਨਸ਼ੇ ਦੇ ਟੀਕਾ ਇੱਕ ਨਸ਼ਾ ਛੜਾ ਕੇ ਦੂਜੇ ਨੂੰ ਆਦਤ ਪਾ ਦਿਓਗੇ। ਸੋ ਅਸੀਂ ਬੜਾ ਲੋਕਾਂ ਨੂੰ ਕਲੀਅਰ ਕਹਿੰਦੇ ਵੀ ਜਿਹੜਾ ਇਹੋ ਜਿਹੇ ਤਰੋਸੇ ਦਿੰਦਾ ਤੁਹਾਨੂੰ ਉਹ ਤੋਂ ਭਾਈ ਦੂਰ ਰਹੋ। ਬਿਲਕੁਲ ਸ਼ਾਰਟਕਟ ਕੋਈ ਨਹੀਂ। ਇਹ ਆਪਾਂ ਨੂੰ ਦਰਦ ਇਕੱਠੇ ਸਹਿਣਾ ਪੈਣਾ 5-10 ਸਾਲ 15 ਸਾਲ ਦਾ ਟੀਚਾ ਲੈ ਕੇ ਚੱਲੋ। ਇੰਨਾ ਲੰਮਾ ਅਰਸਾ ਜੇਕਰ ਖਰਾਬ ਕਰਨ ਨੂੰ ਲੱਗਿਆ ਤੇ ਇਟ ਵਿਲ ਟੇਕ ਅ ਟਾਈਮ ਟੂ 30 ਸਾਲ ਤੋਂ ਤਾਂ ਬਿਲਕੁਲ ਬਰਬਾਦੀ ਵੱਲ ਹੈ। ਸਾਨੂੰ ਤਾਂ ਸਾਰਾ ਇਤਿਹਾਸ ਪੰਜਾਬ ਦਾ ਪਤਾ ਹੈ ਜੀ। 1980-81 ਚ ਆਪਾਂ 1 ਨੰਬਰ ਸਟੇਟ ਸੀ ਇਨ ਟਰਮਸ ਆਫ ਜੀਡੀਪੀ ਜੀ ਪਰ ਕੈਪੀਟਾ ਇਨਕਮ ਸੌਰੀ। ਨਾਓ ਇਨ 2000 we came to number 6 from 2000 the downfall ਇਦੋਂ ਵੀ ਜ਼ਿਆਦਾ ਗਿਰ ਰਿਹਾ ਹੈ। ਹੁਣ 2021 ਚ ਆਪਾਂ 16ਵੇਂ ਨੰਬਰ ਤੇ ਹੈ। ਕੈਨ ਯੂ ਇਮੇਜਿਨ ਕਿੰਨਾ ਰੈਪਿਡ ਡਿਕਲਾਈਨ ਆ ਰਿਹਾ ਹੈ। ਇਟ ਇਜ਼ ਓਨਲੀ ਡਿਊ ਟੂ ਮਿਸ ਗਵਰਨੈਂਸ ਨਥਿੰਗ ਐਲਸ। ਜੀ ਕੋਈ ਦੇਸ਼ ਸੇ ਦਿੰਦਾ ਨਹੀਂ। 4 ਸਾਲ ਦੀ ਪਾਵਰ ਲੈ ਕੇ 5 ਸਾਲ ਦੀ ਪਬਲਿਕ 3 ਕਰੋੜ ਪੰਜਾਬੀਆਂ ਦੀ ਤਾਕਤ ਨੂੰ ਵੋਟ ਤੇ ਰਾਹੀਂ 117 ਨੁਮਾਇੰਦੇ ਲੈ ਕੇ ਬਹਿ ਜਾਂਦੇ ਆ। ਬੜੀ ਤਾਕਤ ਹੁੰਦੀ ਹੈ। ਉਹ ਲੈ ਕੇ ਬਹਿ ਕੇ ਮੌਜਾਂ ਕਰਦੇ ਆ। 6 ਮਹੀਨੇ ਪਹਿਲਾਂ ਕਹਿਣਗੇ ਇਹਨੂੰ ਚੀਫ ਮਿਨਿਸਟਰ ਬਦਲ ਦਿਓ ਆਹ ਬੰਦਾ ਆਇਆ ਮੈਂ ਕਰ ਦਿਆਂਗੇ ਇਹਨੇ ਸਾਨੂੰ ਫੇਲ ਕਰਾਤਾ। ਸਭ ਬਹਾਨੇਬਾਜ਼ੀ ਹੈ। ਪਹਿਲਾਂ ਇੱਕ ਆਪੋਜਿਟ ਪਾਰਟੀ ਰੂਲਿੰਗ ਪਾਰਟੀ ਆਪੋਜੀਸ਼ਨ ਨੂੰ ਬਲੇਮ ਕਰਦੀ ਰਹਿੰਦੀ ਹੈ ਫਿਰ ਉਹ ਇੰਨਾ ਉਹ ਐਂਟੀ ਇਨਕੰਬੈਂਸੀ ਹੋ ਜਾਂਦੀ ਦੂਜੀ ਪਾਰਟੀ ਆਂਦੀ ਹੈ। ਇਟ ਇਜ਼ ਮੋਰ ਆਫ ਦੀ ਸੇਮ ਉਹੀ ਚੀਜ਼ ਉਹ ਕਰੀ ਜਾਂਦੇ ਆ। ਇਹ ਬਿਕਮ ਐਕਸਪਰਟ ਬਣ ਚੁੱਕੇ ਹੈ। ਇਹ ਸਾਈਕਲ ਤੋੜ ਦੇਣਾ ਇਹਨਾਂ ਦਾ ਵਿਚਾਰ ਦੇ ਰੱਖ। ਗਿੱਲ ਸਾਹਿਬ ਤੁਹਾਡੇ ਵੱਲ ਨੂੰ ਵੱਡਾ ਸਵਾਲ ਇਹ ਹੈ ਕਿ ਤੁਸੀਂ ਇੱਕ 에ਅਰ ਮਾਰਸ਼ਲ ਦੇ ਤੌਰ ਤੇ ਆਲਾ ਤਰੀਨ ਕੰਮ ਕੀਤਾ ਤੇ ਤੁਸੀਂ ਕੀ ਜ਼ਰੂਰਤ ਮਹਿਸੂਸ ਕੀਤੀ ਕਿ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਦਾ ਹਿੱਸਾ ਤੁਹਾਨੂੰ ਵੀ ਹੋਣਾ ਚਾਹੀਦਾ ਹਾਲਾਂਕਿ ਤੁਹਾਡੀ ਲਾਈਫ ਪਹਿਲਾਂ ਵੀ ਸੈਟਲ ਸੀ ਤੇ ਹੁਣ ਵੀ ਸੈਟਲ ਹੈ। ਮੈਂ ਆਪਦਾ ਬਚਪਨ ਪੰਜਾਬ ਦੇ ਵਿੱਚ ਹੀ ਬਤੀਤ ਕੀਤਾ। ਮੇਰਾ ਜਨਮ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਜਗਰਾਉਂ ਦੇ ਕੋਲੇ ਲੁਧਿਆਣਾ ਡਿਸਟ੍ਰਿਕਟ। ਜੀ ਮੈਂ ਦੇਖਿਆ ਪੰਜਾਬ ਦੇ ਪਿੰਡਾਂ ਦੀ ਮੈਂ ਲਾਈਫ ਦੇਖੀ ਹੈ। ਉਹ ਜੋ ਚਿਹਰੇ ਦੇ ਉੱਤੇ ਜੋ ਮੁਸਕਾਨ ਹੁੰਦੀ ਸੀ ਹਰੇਕ ਜਿਹੜੀ ਫਿਰਨੀ ਹੁੰਦੀ ਸੀਗੀ ਪਿੰਡ ਦੀ ਫਿਰਨੀ ਹੁੰਦੀ ਸੀ ਉੱਥੇ ਨੌਜਵਾਨ ਜਾਂ ਕੌਡੀ ਖੇਡਦੇ ਹੁੰਦੇ ਸੀ। ਉਹਨਾਂ ਦਿਨਾਂ 'ਚ ਹਾਕੀ ਨੂੰ ਖੁੱਦੋ ਖੁੰਡੀ ਕਹਿੰਦੇ ਹੁੰਦੇ ਸੀ। ਖੁੱਦੋ ਖੁੰਡੀ ਖੇਡਦੇ ਹੁੰਦੇ ਸੀ। ਇਹੋ ਜਿਹੀਆਂ ਰੋਬਸਟ ਫਿਜ਼ੀਕਲ ਐਕਟੀਵਿਟੀਜ਼ ਚੱਲਦੀਆਂ ਹੁੰਦੀਆਂ ਸੀ। ਹੁਣ ਮੈਂ ਪਿੱਛੇ ਜੇ ਕੋਈ 20-25 ਸਾਲਾਂ ਬਾਅਦ ਪਿੰਡ ਗਿਆ ਕੁਛ ਨਹੀਂ ਹੈ ਉੱਥੇ ਵੀਰਾਨ ਹੈ। ਉਹੀ ਉਸੇ ਤਰ੍ਹਾਂ ਦੇ ਮਕਾਨ ਵੀ ਸ਼ਹਿਰ ਦੇ ਵਿੱਚ 10 ਸਾਲਾਂ ਦੇ ਵਿੱਚ ਸਾਰਾ ਸਕਾਈਲਾਈਨ ਬਦਲ ਜਾਂਦਾ ਸਾਰਾ ਨਕਸ਼ਾ ਬਦਲ ਜਾਂਦਾ ਇੰਨੀ ਡਿਵੈਲਪਮੈਂਟ ਹੁੰਦੀ ਪਿੰਡ ਉੱਤੇ ਦੇ ਉੱਤੇ ਕੋਈ ਇੰਪਰੂਵਮੈਂਟ ਨਹੀਂ ਉਹਦੇ।
ਫਿਰ ਆਪਦੇ ਆਪ ਸੋਚਿਆ ਵੀ ਮੈਨੂੰ ਇੰਨਾ ਕੁਝ ਦਿੱਤਾ ਪੰਜਾਬ ਨੇ, ਮੇਰੀ ਸਕੂਲਿੰਗ ਪੰਜਾਬ ਦੇ ਵਿੱਚ ਹੋਈ, ਜਿਹੋ ਜਿਹੇ ਮੇਰੇ ਟੀਚਰ ਸੀ ਉਹਨਾਂ ਨੇ ਇੰਨਾ ਕੁਝ ਮੈਨੂੰ ਇੰਪਾਰਟ ਕੀਤਾ। ਮੇਰੀ ਕਿਸਮਤ ਬੜੀ ਚੰਗੀ ਸੀ। ਅੱਜ ਕੱਲ੍ਹ ਦੇ ਬੱਚਿਆਂ ਦੀ ਕਿਸਮਤ ਮੈਨੂੰ ਉਹੋ ਜਿਹੀ ਲੱਗਦੀ ਨਹੀਂ। ਮੈਂ ਜੋ ਸੋਚਿਆ ਸੀਗਾ ਜਦ ਮੈਂ 18 ਸਾਲ ਦੀ ਉਮਰ 'ਚ 17 ਸਾਲ ਦੀ ਉਮਰ 'ਚ ਘਰੋਂ ਬਾਹਰ ਨਿਕਲਿਆ ਸੀਗਾ, ਜੋ ਮੈਂ ਸੋਚਿਆ ਸੀ ਆਪਦੇ ਮਨ ਦੇ ਵਿੱਚ ਵੀ ਮੈਂ ਆਹ ਬਣਨਾ, ਮੈਂ ਬਣ ਗਿਆ, ਮੈਂ ਸਭ ਕੁਝ ਅਚੀਵ ਕਰ ਲਿਆ। ਹੋਰ ਕੁਝ ਨਹੀਂ ਹੈ ਮੈਨੇ ਮੇਰੇ ਅਚੀਵ ਕਰਨ ਲਈ। ਮੈਂ ਸੋਚਿਆ ਦਿਸ ਇਜ਼ ਦਾ ਟਾਈਮ ਟੂ ਪੇ ਬੈਕ। ਮੈਂ ਆਪਦੇ ਪੰਜਾਬ ਲਈ ਕੁਝ ਵੀ ਨਹੀਂ ਕਰ ਸਕਦਾ ਮਰਨ ਤੋਂ ਪਹਿਲਾਂ, ਜਿੰਨੀ ਕੁ ਮੇਰੀ ਹਿੰਮਤ ਹੈ ਓਨਾ ਤਾਂ ਕਰਾਂ ਜੀ। ਇਸ ਲਈ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਬੇਸਿਕਲੀ ਰਿਹਾ? ਤੁਸੀਂ 3-4 ਜਗ੍ਹਾ ਹੋ ਆਏ ਹੋ, ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਇਕੱਠੇ ਕਰਨਾ ਬਹੁਤ ਮੁਸ਼ਕਿਲ ਹੋ ਗਿਆ? ਲੋਕਾਂ 'ਚ ਪੇਸ਼ੈਂਸ ਪਾਵਰ ਘੱਟ ਗਈ ਹੈ, ਉਹਨਾਂ ਨੂੰ ਸਾਨੂੰ ਸੁਣਨਾ ਬੜਾ ਔਖਾ ਲੱਗਦਾ ਹੈ, ਮਤਲਬ ਕਿਉਂਕਿ ਲੋਕਾਂ ਦਾ ਵੀ ਇੱਕ ਤਰ੍ਹਾਂ ਨਾਲ ਲੱਕ ਟੁੱਟਿਆ ਹੋਇਆ ਹੈ, ਉਹ ਇੰਨੀਆਂ ਸਾਰੀਆਂ ਗੱਲਾਂ ਸਿਆਣੀਆਂ ਸੁਣ ਕੇ ਤੰਗ ਆ ਚੁੱਕੇ ਨੇ। ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ। ਇਹ ਐਪਰੀਹੈਂਸ਼ਨ ਸਾਡੇ ਦਿਮਾਗ 'ਚ ਵੀ ਸੀ, ਪਰ ਜਦੋਂ ਅਸੀਂ ਫੀਲਡ 'ਤੇ ਗਏ ਵੀ ਉਹ ਵੈਰੀ ਪਲੇਜ਼ੈਂਟਲੀ ਸਰਪ੍ਰਾਈਜ਼। ਤੇ ਅਸੀਂ ਉਹਨਾਂ ਨੂੰ ਭਾਸ਼ਣ ਦੇਣ ਜਾਂਦੇ ਨਹੀਂ, ਅਸੀਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਰਹੇ। ਤੇ ਉਹ ਜਿਹੜੇ ਮਤਲਬ ਅੰਦਰੋਂ ਇਮੋਸ਼ਨਲ ਹੋ ਕੇ ਜੋ ਗੱਲ ਕਰਦੇ ਆ ਨਾ, ਉਹ ਤਾਂ ਉੱਥੇ ਜਾ ਕੇ ਹੀ ਪਤਾ ਲੱਗਦਾ ਕਿ ਉਹਨਾਂ ਦੇ ਮਨਾਂ ਦੇ ਉੱਤੇ ਕਿੰਨੀ ਡੂੰਘੀ ਸੱਟ ਵੱਜੀ ਹੋਈ। ਫੋਰ ਐਗਜ਼ਾਮਪਲ ਆਪਾਂ ਕਹੀ ਜਾਂਦੇ ਆ ਜੀ ਪਾਣੀ ਡੂੰਘਾ ਹੋ ਗਿਆ, ਆਰਸੈਨਿਕ ਕੰਟੈਂਟ ਪਾਣੀ ਦੇ ਵਿੱਚ ਵੱਧ ਗਿਆ, ਜਿਹੜਾ ਸੋਇਲ ਹੈ ਉਹ ਖਰਾਬ ਹੁੰਦਾ ਜਾ ਰਿਹਾ ਹੈ, ਉਹਦੇ ਸੋਲਿਊਸ਼ਨਸ ਕੀ ਹੈ ਉਹ ਕਿਤੇ ਜੱਟਾਂ ਨੂੰ ਨਹੀਂ ਪਤਾ। ਆਪਾਂ ਸਾਰੇ ਭਾਸ਼ਣ ਦੇ ਦਿੰਦੇ 에ਅਰ ਕੰਡੀਸ਼ਨ ਕਮਰੇ 'ਚ ਜੀ ਇਹਨਾਂ ਨੂੰ ਕ੍ਰੌਪ ਰੋਟੇਸ਼ਨ ਕਰਨੀ ਚਾਹੀਦੀ ਹੈ, ਇਹਨਾਂ ਨੂੰ ਪੈਡੀ 'ਚੋਂ ਨਿਕਲ ਕੇ ਆਹ ਬੀਜਣਾ ਚਾਹੀਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਨੂੰ ਯਾਦ ਹੈ 70 ਦੇ ਦੌਰ ਦੇ ਵਿੱਚ ਪੰਜਾਬ ਸਰਕਾਰ ਨੇ ਨਾਰਾ ਲਾਇਆ ਸੀ ਵੀ ਆਹ ਸਫੇਦੇ ਦੇ ਦਰਖਤ ਲਗਾਓ ਖੇਤਾਂ 'ਚ ਜੀ। ਸਾਰਿਆਂ ਨੇ ਸਫੇਦੇ ਦੇ ਦਰਖਤ ਕਹਿੰਦੇ ਸੀ 4 ਸਾਲਾਂ ਦੇ ਵਿੱਚ 1 ਏਕੜ ਦੇ 1 ਲੱਖ ਰੁਪਈਆ ਮਿਲ ਜੂਗਾ। ਮੈਂ ਵੀ ਲਾ ਲਏ ਜੀ, ਮੈਂ ਜਵਾਨ ਸੀਗਾ ਉਹਨਾਂ ਦਿਨਾਂ 'ਚ, ਮੈਂ ਕੋਈ 10 ਏਕੜ ਸਫੇਦੇ ਦੇ ਲਗਾ ਲਏ। 7.5 ਸਾਲਾਂ ਬਾਅਦ ਵੇਚੇ ਜੀ, ਟੋਟਲ ਕਾਸਟ ਮੈਨੂੰ 45,000 ਰੁਪਏ, ਕਿਉਂਕਿ ਸਾਰਿਆਂ ਨੇ ਲਾ ਲਏ, ਮਾਰਕੀਟ ਦੇ ਵਿੱਚ ਗਲਟ ਹੋ ਗਿਆ, ਕੋਈ ਮਾਰਕੀਟ ਹੀ ਨਹੀਂ। ਦਾ ਪ੍ਰਾਈਸ ਉਹ ਜਿਹੜੇ ਖਰੀਦਣ ਵਾਲੇ ਸੀ ਦੇ ਕੈਪੀਟਲਾਈਜ਼ਡ, ਉਹਨਾਂ ਨੇ ਇੱਕ ਮੋਨੋਪੋਲੀ ਸੈੱਟ ਕਰ ਲਈ, ਮੋਨੋਪੋਲੀ ਆ ਗਈ, ਉਹਨਾਂ ਨੇ ਸਾਰਾ ਨਿਚੋੜ ਲਿਆ ਉਹਦੇ ਚੋਂ ਜਿਹੜਾ ਪ੍ਰੋਫਿਟ ਸੀਗਾ ਜੀ। ਫਿਰ ਕਹਿੰਦੇ ਜੀ ਲਿਕੁਇਡ ਗੋਲਡ ਕਹਿੰਦੇ ਜੀ ਆ ਤੁਸੀਂ ਟੋਏ ਪੱਟੋ, ਖੇਤਾਂ ਦੇ ਵਿੱਚ ਮੱਛੀਆਂ ਬਰੀਡ ਕਰੋ। ਉਹ ਜੱਟਾਂ ਨੇ ਉਵੇਂ ਹੀ ਕੀਤਾ, ਉਹ ਟੋਏ ਪੱਟ ਲਏ ਏਡੇ ਤੇ ਪਾਣੀ ਭਰਤਾ ਮੱਛੀਆਂ। ਇੱਕ ਸਟੇਜ ਸੀਗੀ ਬੰਗਾਲ ਨੂੰ ਵੀ ਕਹਿੰਦੇ ਹੁੰਦੇ ਸੀ ਮੱਛੀ ਐਕਸਪੋਰਟ ਹੁੰਦੀ ਹੈ, ਹੁਣ ਕਿਤੇ ਉਹ ਵੀ ਨਹੀਂ ਦਿਸਦਾ। ਬਿਲਕੁਲ। ਔਰ ਕਿੰਨੇ ਪੈਸੇ ਲੋਕਾਂ ਦਾ, ਔਰ ਟਾਈਮ ਖਰਾਬ ਗਿਆ, ਪੈਸੇ ਜ਼ਮੀਨ ਖਰਾਬ ਹੋ ਗਈ ਜੀ ਜਿਹੜੇ ਟੋਏ ਪੱਟੇ ਜੀ। ਫਿਰ ਕਹਿੰਦੇ ਜੀ ਗੰਨਾ ਉਗਾਓ, ਗੰਨਾ। ਅਸੀਂ ਵੀ ਗੰਨਾ ਉਗਾਇਆ। ਉਹ ਗੰਨਾ ਸ਼ੂਗਰ ਮਿਲ ਤੇ 4 ਦਿਨ ਤਾਂ ਸ਼ੂਗਰ ਮਿਲ ਟਰਾਲੀ ਖੜੀ ਰਹਿੰਦੀ ਹੈ। ਉਹ ਜੱਟਾਂ ਨੇ ਇਨੋਵੇਟਿਵ ਥਿੰਕਿੰਗ ਦੇ ਨਾਲ ਟਰਾਲੀ ਦੇ ਨਾਲ ਫੋਲਡਿੰਗ ਕੋਟ ਉਹਨਾਂ ਦੇ ਦਿਨਾਂ ਦੇ ਵਿੱਚ ਬਣਾਇਆ ਵੀ ਉੱਥੇ ਹੀ ਸੌਂ ਜਾ ਕਰਾਂਗੇ 4 ਦਿਨ। ਫਿਰ ਤੁਸੀਂ ਆਪਦਾ ਟਰਾਲੀ ਲੋਡ ਕਰ ਦੇਣੀ ਹੈ, ਮਿਲ ਦੇ ਵਿੱਚ ਆਫਲੋਡ ਕਰ ਦੇਣੀ ਹੈ, ਪੇਮੈਂਟ 2-3 ਸਾਲਾਂ ਤੋਂ ਬਾਅਦ ਜੀ। ਦਿਸ ਇਜ਼ਨਟ ਇਟ ਕ੍ਰਿਮੀਨਲ? ਤਾਂ ਕੀ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ? ਕਿ ਸਰਕਾਰਾਂ ਨੂੰ ਤਲਖ ਹਕੀਕਤਾਂ ਦੀ ਕੋਈ ਜਾਣਕਾਰੀ ਨਹੀਂ ਹੈ? ਸਰਕਾਰਾਂ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ ਹੈ, then they have no right to be in the position of power। ਬੈਠੇ ਕਾਹਦੇ ਲਈ ਹੈ ਫਿਰ ਜੇ ਇੰਨਾ ਨਹੀਂ ਪਤਾ ਵੀ ਉਹਨਾਂ ਦੇ ਥੱਲੇ ਹੋ ਕੀ ਰਿਹਾ ਜੀ? ਆਈ ਡੋਂਟ ਬਿਲੀਵ ਕਿ ਉਹਨਾਂ ਨੂੰ ਪਤਾ ਨਹੀਂ ਹੈ। ਇਟ ਇਜ਼ ਅਨਬਿਲੀਵੇਬਲ। ਇਹ ਕਿਸ ਤਰ੍ਹਾਂ ਹੋ ਸਕਦਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈ? ਜੇ ਨਹੀਂ ਪਤਾ ਤਾਂ then they are unfit to be। ਜਦੋਂ ਸਰਕਾਰੀ ਲੈਵਲ ਤੇ ਇਹਨੇ ਉੱਚੇ ਲੈਵਲ ਦੀਆਂ ਸਿਆਸਤਾਂ ਖੇਡੀਆਂ ਜਾ ਸਕਦੀਆਂ ਨੇ ਤਾਂ ਇਹ ਤਾਂ ਕਹਿਣਾ ਬਿਲਕੁਲ ਹੀ ਕਿਤੇ ਨਹੀਂ ਜੱਚਦੀ ਗੱਲ ਕਿ ਉਹ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ। ਮੈਂ ਇੱਕ ਪੁਆਇੰਟ 에ਅਰ ਮਾਰਸ਼ਲ ਸਾਹਿਬ ਦੀ ਗੱਲ ਤੋਂ ਚੱਕਣਾ ਚਾਹੁੰਦਾ। ਬੜਾ ਅੱਛਾ ਪੁਆਇੰਟ ਮੈਨੂੰ ਖਿਆਲ ਆ ਰਿਹਾ ਹੈ, ਮੇਰੇ ਦਿਮਾਗ 'ਚ ਤਾਂ ਸੀਗਾ ਵੀ ਅਕਾਊਂਟੇਬਿਲਿਟੀ ਮਿਸਿੰਗ ਹੈ। ਜੇ ਤੁਸੀਂ ਤਾਕਤ ਪਾਵਰ ਪਬਲਿਕ ਤੋਂ ਲੈ ਕੇ ਆ ਗਏ ਤੇ ਨਾਲ ਜ਼ਿੰਮੇਵਾਰੀ ਕੀ ਹੈ ਤੁਹਾਡੀ? ਆਪਣੇ ਹੈਲੀਕਾਪਟਰ ਉਡਾਉਂਦੇ ਫਿਰੋ, ਗੱਡੀਆਂ ਭਜਾਉਂਦੇ ਫਿਰੋ, ਅੱਗੇ ਪਿੱਛੇ ਪਾਇਲਟ ਹੈ ਟੂ ਕਰਦੇ, ਸਾਇਰਨ ਵਜਾਉਂਦੇ, ਪੰਜਾਬ 'ਚੋਂ ਇੱਧਰ ਉੱਧਰ ਤੁਰੇ ਫਿਰੋ। ਵਾਟ ਅਬਾਊਟ ਦੀ ਵਰਕ ਯੂ ਆਰ ਸਪੋਜ਼ ਟੂ ਡਿਲੀਵਰ? ਡਿਲੀਵਰੀ ਦੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ ਪੋਲੀਟੀਸ਼ੀਅਨ ਦੀ ਜੀ। ਔਰ ਹੁੰਦੀ ਕਿਦੋਂ? 5 ਸਾਲ ਬਾਅਦ, ਜਦੋਂ ਤੱਕ ਉਹ ਕਾਫੀ ਬਰਬਾਦ ਕਰ ਚੁੱਕੇ ਹੁੰਦੇ। ਸੋ ਆਈ ਥਿੰਕ ਇਲੈਕਸ਼ਨ ਰਿਫਾਰਮਸ ਵੀ ਨਾਲ ਅਸੀਂ ਚੱਕਾਂਗੇ ਮੁੱਦੇ ਜੀ। ਨੰਬਰ 1 the power to recall. Acha, what about the farmer reforms? Right. Farming reforms are definitely necessary. It's a job for specialists. But problem ਕੀ ਹੁੰਦਾ ਹੈ ਜਦੋਂ ਮਿਨਿਸਟਰ ਕੋ ਬਣ ਜਾਂਦਾ ਹੈ, ਉਹ ਸਮਝਣ ਗਲਤਫਹਿਮੀ 'ਚ ਇਹ ਆ ਜਾਂਦਾ ਹੈ ਵੀ ਜਿਹੜੀ ਇਹ ਜਿੰਨੀ ਤਾਕਤ ਆਈ ਹੈ ਨਾ ਮੇਰੀ ਸਿਆਣਪ ਨਾਲ ਆਈ ਹੈ ਜੀ। ਬਿਲਕੁਲ ਨਹੀਂ ਤੇਰੀ ਸਿਆਣਪ ਨਾਲ ਆਈ, ਇਹ ਤਾਂ ਪਬਲਿਕ ਨੇ ਤੈਨੂੰ ਤਾਕਤ ਦਿੱਤੀ ਹੈ, ਉਹਨਾਂ ਦੀ ਤਾਕਤ ਹੈ ਜੀ। ਉਹ ਐ ਨਾ ਸਮਝ ਵੀ ਮੈਂ ਹੀ ਬਹੁਤ ਸਿਆਣਾ ਤੇ ਗਿਆਨੀ ਹੈ। ਮੈਨੂੰ ਜੋ ਆਈਡੀਆ ਹੈ, ਮੈਂ ਬੰਦੇ ਮਿਨਿਸਟਰ ਕੀ ਕਰਦੇ ਹੈ
ਆਪਦੀ whims and fancies which are ill-informed and immature or rather we should say unbaked solutions offer ਕਰ ਦਿੰਦੇ ਆ। ਉੱਥੇ 100-200 ਕਰੋੜ ਰੁਪਏ ਲਾਤਾ, ਉਦਘਾਟਨ ਕਰਤਾ, ਸਾਲ 2 ਸਾਲ ਬਾਅਦ ਉਹ ਪੱਟ ਬਹਿ ਜਾਂਦਾ ਬਿਕੋਜ਼ ਇਟ ਵਾਸ ਨਾਟ ਥੌਟ ਥਰੂ। ਉਹਦਾ ਫਾਈਨੈਂਸ਼ੀਅਲ ਇੰਪਲੀਕੇਸ਼ਨਸ, ਟੈਕਨੋਲੋਜੀ ਇੰਪਲੀਕੇਸ਼ਨਸ, ਸੂਟੇਬਿਲਿਟੀ ਕੋਈ ਰਿਸਰਚ ਤਾਂ ਕੀਤੀ ਨਹੀਂ ਹੁੰਦੀ। ਉਹ ਕੋਈ ਕਹਿੰਦਾ ਜੀ ਆਲੂ ਲਾ ਲਓ, ਕੋਈ ਅਗਲਾ ਕਹਿੰਦਾ ਗੰਨੇ ਲਾ ਦਿਓ, ਮੁੜ ਕੇ ਗੰਨੀਆਂ ਮਿੱਲਾਂ ਫੇਲ ਹੋ ਜਾਂਦੀਆਂ। ਸੋ ਦ ਹੋਲ ਸਾਈਕਲ there is my estimate due to mismanagement even in the last 30 years or 40 years say from 1980 ਤੋਂ ਬਾਅਦ ਲਾਈਏ 40 ਸਾਲਾਂ ਦੇ ਵਿੱਚ ਮੇਰਾ ਅੰਦਾਜ਼ਾ ਹੈ ਵੀ ਘੱਟ ਤੋਂ ਘੱਟ 5 ਲੱਖ ਕਰੋੜ ਰੁਪਇਆ ਪੰਜਾਬ ਦਾ ਮਾੜੇ ਪ੍ਰੋਜੈਕਟਾਂ 'ਚ ਬਰਬਾਦ ਹੋਇਆ। ਕਿੰਨੀਆਂ ਕੁ ਮਿੱਲਾਂ ਲੱਗ ਕੇ ਬੰਦ ਪਈਆਂ ਜੀ, ਸਭ ਕੁਝ ਵੇਚ ਚੁੱਕੀ ਹੈ ਗੌਰਮੈਂਟ, ਰੈਸਟ ਹਾਊਸ ਤੱਕ ਵਿਕ ਗਏ, ਗੌਰਮੈਂਟ ਬਿਲਡਿੰਗਸ ਗਿਰਵੀ ਹੈ ਤਨਖਾਹਾਂ ਦੇਣ ਨੂੰ ਪੈਸਾ ਲੈਣ ਲਈ। ਪੰਜਾਬ ਹੈਜ਼ ਨੋ ਐਸੈਟਸ ਨਾਓ। ਆਈ ਐਮ ਸੌਰੀ, ਇਹ ਬੜੀ ਹਾਰਸ਼ ਗੱਲ ਹੈ, ਪਰ ਇਸ ਵਕਤ ਜੇ ਸਹੀ ਮੈਨੇਜ ਦੇਖਿਆ ਜਾਵੇ ਪੰਜਾਬ ਨੂੰ ਐਜ਼ ਬਤੌਰ ਇੱਕ ਕੰਪਨੀ ਫਾਈਨੈਂਸ਼ੀਅਲੀ ਤੇ ਆਪਾਂ ਬੈਂਕਰਪਟ ਹੈ ਜੀ। 3 ਲੱਖ ਕਰੋੜ ਦਾ ਕਰਜ਼ਾ ਆ, ਐਸੈਟ ਕੀ ਹੈ? ਕੁਝ ਵੀ ਨਹੀਂ। ਪਾਣੀ ਆ ਉਹ ਗੰਦਾ ਕਰ ਲਿਆ, ਧਰਤੀ ਜ਼ਹਿਰੀਲੀ ਕਰ ਲਈ, ਹਵਾ ਪੋਲਿਊਸ਼ਨ ਕਰਤੀ, ਕੈਂਸਰ ਦੇ ਮਰੀਜ਼ ਭਰੇ ਪਏ ਹੈ, ਨਸ਼ੇ ਨਾਲ ਬੱਚੇ ਗਲੀਆਂ ਗਲੀ ਪਿੰਡਾਂ ਦੀ ਫਿਰਨੀਆਂ ਡਿੱਗੇ ਪਏ ਹੈ ਕੀ ਰਹਿ ਗਿਆ ਪੰਜਾਬ 'ਚ? ਹੁਣ ਜਿਹੜੀ ਹੈ, ਹੁਣ ਮੈਂ ਇੱਕ ਸੈਕਿੰਡ, ਹੁਣ ਮੈਂ ਕਹਿੰਦਾ ਵੀ ਇਹ ਜਿਹੜਾ ਜ਼ੁਲਮ ਹੋਇਆ ਪੰਜਾਬ ਤੇ, ਇਹ ਆਪਣੇ ਬੰਦਿਆਂ ਨੇ ਕੀਤਾ ਹੈ। ਇਹਨਾਂ ਦੀ ਜਵਾਬ ਤਲਬੀ ਕਿੱਥੇ ਹੈ? ਜਦੋਂ ਹੁਣ ਵੋਟ ਦਾ ਟਾਈਮ ਆਊਗਾ, ਇਹਨਾਂ ਬੰਦਿਆਂ ਨੂੰ ਬਿਲਕੁਲ ਪਬਲਿਕ ਨਾ ਬਖਸ਼ੇ, ਕਿਉਂਕਿ ਇਹਨਾਂ ਨੇ ਤੁਹਾਡਾ ਕਤਲ ਕੀਤਾ ਹੈ, ਤੁਹਾਡਾ ਇਹ ਬੱਚੇ ਮਾਰੇ ਹੈ, ਤੁਹਾਡੇ ਜਿੰਨਾ ਵੀ ਹੈਵ ਟੂ ਟੇਕ ਰਿਸਪੌਂਸਿਬਿਲਿਟੀ ਐਂਡ ਫਿਕਸ ਇਟ ਔਨ ਆਰ ਲੀਡਰਸ਼ਿਪ। What was stopping them from giving us a good professional career? Bankruptcy करके छड़ गए पंजाब, जुल्म है जी। मैडम एक मिनट, कमिंग बैक टू क्रॉप रोटेशन जी, ਆਪਾਂ ਡਰਾਇੰਗ ਰੂਮ 'ਚ ਬੈਠੇ ਕਿੰਨੇ ਨੂੰ ਜੱਟਾਂ ਨੂੰ ਕ੍ਰੌਪ ਰੋਟੇਸ਼ਨ ਕਰਨੀ ਚਾਹੀਦੀ ਹੈ। ਜਦੋਂ ਵੀ ਨਾਰਾ ਦਿੱਤਾ ਸਰਕਾਰ ਨੇ, ਉਹ ਜੱਟਾਂ ਨੇ ਰਿਸਪੌਂਡ ਕੀਤਾ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਯੂਕਲਿਪਟਸ ਲਾ ਦਿਓ ਜੀ, ਹੁਣ ਤੁਸੀਂ ਮੱਛੀਆਂ ਰੱਖ ਲਓ ਜੀ, ਹੁਣ ਗੰਨੇ ਬੀਜ ਲਓ, ਬਟ ਕੀ ਹੋਇਆ? ਫੇਲ ਕਿਉਂ ਹੋਇਆ ਉਹ? ਬਿਕੋਜ਼ ਦ ਗਵਰਨਮੈਂਟ ਹੈਜ਼ ਨਾਟ ਕ੍ਰੀਏਟਡ, ਕੋਈ ਇਨਫਰਾਸਟ੍ਰਕਚਰ ਤਾਂ ਕ੍ਰੀਏਟ ਕੀਤਾ ਹੀ ਨਹੀਂ ਵੀ ਜੇ ਗੰਨੇ ਆ ਗਏ, ਤੁਸੀਂ ਇੰਨੇ ਕਿਹਾ, ਉਹ ਅਸੈਸ ਕਰੋ ਕਿੰਨੇ ਗੰਨੇ ਬੀਜੇ ਆ, ਮਾਰਕੀਟ 'ਚ ਕਿੰਨੇ ਕੱਲ ਨੂੰ ਗੰਨੇ ਆਉਣਗੇ, ਤਾਂ ਉਹਨਾਂ ਦਾ ਡਿਸਪੋਜ਼ਲ ਕੀ ਹੋਏਗਾ ਜੀ ਉਹਨਾਂ ਦੇ। ਤੇ ਫਿਰ ਤੁਸੀਂ ਕਹਿ ਦਿੰਦੇ ਹੋ ਅੱਜ ਕੱਲ੍ਹ MSP ਦਾ ਰੌਲਾ ਪਿਆ ਆ ਵੀ ਫਾਰਮਰਸ ਦੀ MSP ਦੀ ਕੀ ਲੋੜ ਹੈ? ਤੁਸੀਂ ਮੈਨੂੰ ਕੋਈ ਪ੍ਰੋਡਕਟ ਦਿਖਾ ਦਿਓ ਮਾਰਕੀਟ ਦੇ ਵਿੱਚ ਜਿਹਦੇ 'ਚ ਪ੍ਰੀ ਡਿਟਰਮਿਨਡ ਪ੍ਰਾਈਸ ਨਾ ਹੋਵੇ। ਸਾਬਣ ਲੈਣ ਜਾਓ ਕਹੂਗਾ ਜੀ ਇੰਨੇ ਦਾ, ਪਾਊਡਰ ਲਓ ਕਹੂਗਾ ਜੀ ਇੰਨੇ ਦਾ। ਇੱਕ ਜੱਟ ਦੀ ਖੇਤੀ ਹੈ ਜਿਹੜਾ ਕਿ ਬਾਇਰ ਡਿਸਾਈਡ ਕਰਦਾ ਵੀ ਮੈਂ ਤਾਂ ਇੰਨੇ ਦੀ ਖਰੀਦੂੰਗਾ ਜੀ। ਸੰਧੂ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਅਕਾਊਂਟੇਬਿਲਿਟੀ ਦੀ ਔਰ ਮਿਸਮੈਨੇਜਮੈਂਟ ਦੀ, ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਪੰਜਾਬ ਦੇ ਲੋਕਾਂ ਤੇ ਵੀ ਟੁਕਦੀ ਹੈ? ਕਿਉਂਕਿ ਜਿਹੜੇ ਫਾਰਮਰਸ ਨੇ ਉਹ ਆਪਣੀ ਤਾਂ ਜਿਹੜੀ ਆਪਣੀ ਫਿਜ਼ੀਕਲ ਐਫਰਟਸ ਇਨਸਰਟ ਕਰਦੇ ਨੇ, ਤਾਂ ਉਹਨਾਂ ਦਾ ਉਹ ਕੋਈ ਮੁੱਲ ਨਹੀਂ ਲੈਂਦੇ। ਸ਼ੁਰੂ ਤੋਂ ਲੈ ਕੇ ਉਹ ਆਪ ਹਲ ਵਾਉਂਦਾ ਹੈ ਜਾਂ ਟਰੈਕਟਰ ਚਲਾਉਂਦਾ ਹੈ, ਉਸ ਤੋਂ ਬਾਅਦ ਪਾਣੀ ਲਾਉਣਾ, ਮਤਲਬ ਅਸੀਂ ਆਪਣੀ ਜਿਹੜੀ ਲੇਬਰ ਹੈ ਉਹ ਤਾਂ ਕੰਸੀਡਰ ਹੀ ਨਹੀਂ ਕਰਦੇ। ਤੇ ਜੇ ਉਹ ਵੀ ਕੰਸੀਡਰ ਕਰੀਏ ਤਾਂ ਦੇਖੀਏ ਤੇ ਲੈ ਦੇ ਕੇ ਸਾਡੇ ਪੱਲੇ ਕੁਝ ਵੀ ਨਹੀਂ ਪੈਂਦਾ। ਸਵਾਮੀਨਾਥਨ ਕਮਿਸ਼ਨ ਰਿਪੋਰਟ ਜਿਹੜੀ ਸੀਗੀ ਉਹ ਇਸੇ ਬਾਰੇ ਹੀ ਤਾਂ ਗੱਲ ਕਰਦੀ ਹੈ। ਉਹ ਕਹਿੰਦੇ ਜੋ ਤੁਸੀਂ MSP ਡਿਸਾਈਡ ਕਰਦੇ ਹੋ, ਤੁਸੀਂ ਇਹ ਵੀ ਤਾਂ ਕੰਸੀਡਰ ਕਰੋ ਕਿ ਆਹ ਜਿਹੜੀ ਜ਼ਮੀਨ ਹੈ ਇਹਨੇ ਇਨਵੈਸਟ ਕੀਤਾ, ਜਦੋਂ ਰਿਟਰਨ ਔਨ ਇਨਵੈਸਟਮੈਂਟ ਤੁਸੀਂ ਇੰਡਸਟਰੀ ਦਾ ਕੈਲਕੂਲੇਟ ਕਰਦੇ ਹੋ, ਤੁਸੀਂ ਕੰਸੀਡਰ ਨਹੀਂ ਕਰਦੇ ਵੀ ਇਹਨੇ ਕਿੰਨਾ ਪੈਸਾ ਲਾਇਆ ਇੰਡਸਟਰੀ ਸੈਟਅਪ ਕਰਨ ਲਈ। ਫਾਰਮਰ ਦੀ ਕਿੰਨੇ ਦੀ ਜ਼ਮੀਨ ਹੈ ਉਹ ਕਦੋਂ ਨਹੀਂ ਕੰਸੀਡਰ ਕਰਦੇ ਤੁਸੀਂ ਜਦੋਂ MSP ਡਿਕਲੇਅਰ ਕਰਦੇ ਹੋ। ਉਹ ਸਾਰੀ ਫੈਮਿਲੀ ਲੇਬਰ ਦੀ ਤਰ੍ਹਾਂ ਕੰਮ ਕਰਦੀ ਹੈ ਖੇਤ ਦੇ ਉੱਤੇ, ਉਹਨਾਂ ਦੀ ਲੇਬਰ ਜਿਹੜੀ ਇਨਪੁਟ ਹੈ ਉਹ ਕਦੋਂ ਨਹੀਂ ਕੰਸੀਡਰ ਹੋ ਰਹੀ। ਥੋੜ੍ਹੀਆਂ ਬਹੁਤ ਚੀਜ਼ਾਂ ਹੁੰਦੀਆਂ, ਬਟ ਸਵਾਮੀਨਾਥਨ ਕਮਿਸ਼ਨ ਰਿਪੋਰਟ ਨੇ ਇਹਦੇ ਉੱਤੇ ਬੜੇ ਡਿਟੇਲ ਦੇ ਨਾਲ ਗੱਲ ਕੀਤੀ ਹੈ। ਕੋਈ ਸਰਕਾਰ ਉਹਨੂੰ ਇੰਪਲੀਮੈਂਟ ਹੀ ਨਹੀਂ ਸੀ ਕਰਨਾ, ਵਾਈ ਹੋਲਡ ਅ ਕਮਿਸ਼ਨ? ਲੋਕਾਂ ਦੇ ਅੱਖਾਂ ਦੇ ਮੂਹਰੇ ਧੂਲ ਕਿਉਂ ਝੇਲ ਰਹੇ ਹੋ? ਬਿਲਕੁਲ ਕਿਸਾਨੀ ਤੇ ਮੇਰਾ ਵਿਊ ਵੀ, ਮੈਂ ਏਅਰ ਮਾਰਸ਼ਲ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਂਦਾ ਹੋਇਆ, ਮੈਂ ਕਿਸਾਨੀ ਮੋਰਚੇ ਤੇ ਮੈਂ ਦਿੱਲੀ ਬੜੇ ਵਾਰੀ ਗਿਆ, ਮੈਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ, ਲੀਡਰ ਸਾਹਿਬਾਨ ਨਾਲ। ਉਹਨਾਂ ਦੀ ਜਿਹੜੀ ਕਿਸਾਨ ਪਾਰਲੀਮੈਂਟ ਕੀਤੀ ਸੀਗੀ ਸੰਸਦ, ਉਹਦੇ 'ਚ ਵੀ ਮੈਨੂੰ ਬੁਲਾਇਆ ਸੀ ਤੇ ਮੈਂ ਬੋਲਿਆ ਸੀ। ਮੇਰਾ ਪਹਿਲੀ ਗੱਲ ਤਾਂ ਮੈਂ ਅੱਜ ਵੀ ਕਹਿਣਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਬਹੁਤ ਵਧਾਈ ਦੇ ਪਾਤਰ ਹੈ ਕਿਸਾਨ। ਲੋਕ ਇਹਨਾਂ ਨੂੰ ਅਨਪੜ੍ਹ ਸਮਝਦੇ ਹੈ, ਗਵਾਰ ਸਮਝਦੇ ਹੈ, ਪਰ ਇਹਨਾਂ ਨੇ ਇੰਨੀ ਕੁ ਸਿਆਣਪ ਦਿਖਾਈ ਹੈ ਇਸ ਮੂਵਮੈਂਟ 'ਚ, ਇਤਿਹਾਸਿਕ ਹੈ। ਦੇਖੋ, ਪਹਿਲੀ ਗੱਲ ਪੀਸਫੁਲ ਇੰਨੇ ਬੰਦਿਆਂ ਨੂੰ ਰੱਖਣਾ, ਇੰਨੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਜੁੜ ਕੇ ਰਹਿਣਾ, ਇਹਨਾਂ ਦੀ ਬੱਲੇ ਬੱਲੇ ਕਮਾਲ ਹੈ।
ਨੰਬਰ 2, ਹਰ ਕਿਸਮ ਨਾਲ ਮੀਡੀਆ ਦੇ ਰਾਹੀਂ, ਪਬਲਿਕ ਪੁਲਿਸ ਦੇ ਰਾਹੀਂ ਬੈਰੀਅਰ ਕ੍ਰੀਏਟ ਕਰਕੇ ਇਹਨਾਂ ਤੇ ਪਾਣੀ ਦੇ ਬੁਛਾਰਾਂ ਕਰਕੇ ਵੀ ਨਹੀਂ ਇਹਨਾਂ ਨੂੰ ਰੋਕ ਪਾਏ। ਸੋ ਦੇਅਰਫੋਰ ਜਿਹੜੀ ਇਹਨਾਂ ਦੀ ਜਜ਼ਬਾ ਹੈ ਉਹ ਜੈਨੂਇਨ ਹੈ। ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਸੀਗਾ, ਇੱਕ ਦੋ ਵਾਰੀ ਮੈਂ ਸਲਾਹ ਦਿੱਤੀ ਸੀ ਰਾਜੇਵਾਲ ਸਾਹਿਬ ਨੂੰ ਵੀ ਇੱਕ, ਔਰ ਉਹਨਾਂ ਨੇ ਕੀਤੀ। ਪਹਿਲਾਂ ਕਹਿੰਦੇ ਸੀ ਮੁਸ਼ਕਿਲ ਹੈ ਵੀ ਤੁਸੀਂ ਬੰਗਾਲ ਜਾਓ ਜਿੱਥੇ ਇਲੈਕਸ਼ਨ ਹੋ ਰਹੇ ਹੈ, ਤੁਸੀਂ ਤਾਮਿਲਨਾਡੂ ਆਵਾਜ਼ ਉਠਾਓ, ਕਿਉਂਕਿ ਜਿਹੜੀ ਮੋਦੀ ਗਵਰਨਮੈਂਟ ਹੈ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਹੈ ਵੀ ਜਿਨ੍ਹਾਂ ਨੂੰ ਮੈਂ ਗੈਰ ਕਾਨੂੰਨੀ ਮੰਨਦਾ ਹੈ, ਕਿਉਂਕਿ ਸਟੇਟ ਸਬਜੈਕਟ ਹੈ, ਸੈਂਟਰ ਦਾ ਮਤਲਬ ਨਹੀਂ ਸੀ ਹੋਣਾ ਚਾਹੀਦਾ। ਸੁਪਰੀਮ ਕੋਰਟ 'ਚ ਮੈਟਰ ਪੈਂਡਿੰਗ ਹੈ, ਸਬ ਜੁਡਿਸ ਹੈ, ਤਾਂ ਇਹ ਸੁਪਰੀਮ ਕੋਰਟ ਨੇ ਵੀ ਸਟੇ ਧੱਕਾ ਰੱਖੇ ਹੈ ਲਾਜ਼। ਮੈਂ ਉਹਨਾਂ ਨੂੰ ਕਹਿ ਕੇ ਆਇਆ ਸੀ ਵੀ ਇਹ ਸਿਰਫ ਵੋਟ ਦੀ ਚੋਟ ਜਾਣਦੇ ਹੈ ਅਮਿਤ ਸ਼ਾਹ ਐਂਡ ਮਿਸਟਰ ਮੋਦੀ। ਤੁਸੀਂ ਜਿੱਥੇ ਹੁਣ ਇਲੈਕਸ਼ਨ ਹੋ ਰਹੇ ਨੇ ਉੱਥੇ ਪਹੁੰਚੋ ਜੀ, ਉੱਥੇ ਆਵਾਜ਼ ਉਠਾ ਕੇ ਆਓ। ਔਰ ਵਾਕਈ ਫਿਰ ਐਤਕੀ ਮੈਂ ਰਾਜੇਵਾਲ ਸਾਹਿਬ ਨੂੰ ਮਿਲਿਆ, ਉਹ ਕਹਿੰਦੇ ਮੈਨੂੰ ਤੇਰੀ ਗੱਲ ਯਾਦ ਹੈ। ਫਿਰ ਇਹ ਬੰਗਾਲ ਗਏ, ਫਿਰ ਹੋਰ ਜਗ੍ਹਾ ਗਏ, ਔਰ ਇਸੇ ਅਸਰ ਬੜਾ ਅੱਛਾ ਹੋਇਆ ਜੀ, ਮੂਵਮੈਂਟ ਜ਼ੋਰ ਫੜ ਗਈ। ਫਿਰ ਯੂਪੀ ਨਾਲ ਜੁੜ ਗਿਆ, ਹਰਿਆਣਾ ਨਾਲ ਜੁੜਿਆ ਹੋਇਆ। ਇਹਦੀਆਂ ਉਪਲਬਧੀਆਂ ਬਹੁਤ ਜ਼ਿਆਦਾ ਹੈ ਆਲਰੇਡੀ। ਕਾਲੇ ਕਾਨੂੰਨ ਵਾਪਸ ਹੋਣਗੇ, ਇਹ ਮੇਰਾ ਯਕੀਨ ਹੈ। ਪਰ ਮੈਂ ਨਾਲ ਭਰਾਵਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿਸਾਨਾਂ ਨੂੰ ਵੀ ਕਾਲੇ ਕਾਨੂੰਨ ਹੀ ਪ੍ਰੋਬਲਮ ਨਹੀਂ ਹੈ, ਉਹ ਤਾਂ ਇੱਕ ਵਾਰੀ ਵਾਪਸ ਹੋ ਗਏ ਤਾਂ ਆਪਾਂ ਆਨੇ ਵਾਲੀ ਥਾਂ ਤੇ ਫੇਰ ਆ ਜਾਾਂਗੇ। ਕਿਆ ਇਦੋਂ ਪਹਿਲਾਂ ਆਪਾਂ ਬਹੁਤ ਖੁਸ਼ਹਾਲ ਸੀਗੇ? ਆਪਣੇ ਤੇ ਗਰੀਬੀ ਛਾਈ ਹੋਈ ਹੈ। ਹੁਣ ਆਪਾਂ ਨੂੰ ਸੈਲਫ ਹੈਲਪ ਕਰਨੀ ਪੈਣੀ ਹੈ। ਦੇਖੋ ਸਦੀਆਂ ਤੋਂ ਕਿਸਾਨੀ ਨੂੰ ਕਦੇ ਵੀ ਆਪਦਾ ਰੋਲ ਨਹੀਂ ਮਿਲਿਆ, ਸਰਕਾਰ ਵੱਲੋਂ ਦੇਸ਼ ਵੱਲੋਂ ਘੱਟ ਮਿਲਦਾ ਹੈ, ਹਮੇਸ਼ਾ ਕਿਸਾਨ ਜ਼ਿਆਦਾ ਦਿੰਦਾ ਹੈ। ਚਾਹੇ ਉਹ ਜਵਾਨ ਦਿੰਦਾ ਹੈ ਫੌਜ ਵਾਸਤੇ, ਚਾਹੇ ਉਹ ਖੇਲਵਾਨ ਦਿੰਦਾ, ਖਿਡਾਰੀ ਦਿੰਦਾ ਹੈ। ਇਹ ਪਿੰਡ 'ਚ ਉੱਠਦੇ ਹੈ, ਪਰ ਪਿੰਡ ਵਾਲਿਆਂ ਨੂੰ ਕਦੇ ਵਾਪਸ ਸਰਕਾਰ ਉਹਨਾਂ ਵਾਪਸ ਮੋੜਦੀ ਨਹੀਂ। ਇਸ ਕਰਕੇ ਆਪਾਂ ਨੂੰ ਸੈਲਫ ਹੈਲਪ ਕਰਨੀ ਪੈਣੀ ਹੈ। ਮੇਰੇ ਵਿਊ ਇਹ ਹੈ, ਕਦੇ ਕਿਸੇ ਸਰਕਾਰ ਤੋਂ ਆਪਾਂ ਬੜਾ ਡਿਪੈਂਡ ਨਾ ਕਰੀਏ। ਆਪਾਂ ਆਪਦੇ ਬੱਚਿਆਂ ਨੂੰ ਖੁਦ ਅੱਛੇ ਆਦਤਾਂ ਪਾਈਏ, ਹਰਿਸ਼ਟ ਪੁਰਸ਼ਟ ਬਣਾਈਏ, ਮੋਰਲ ਵੈਲਿਊਜ਼ ਦੇਈਏ, ਨਸ਼ਿਆਂ ਤੋਂ ਦੂਰ ਰਹਿਣ, ਖੇਡ ਕੂਦ ਵੱਲ ਲਾਈਏ, ਉਹਨਾਂ ਨੂੰ ਪੜ੍ਹਾਈਏ ਇਹੋ ਜਿਹੀ ਪੜ੍ਹਾਈ ਜਿਹੜੇ ਨਾਲ ਉਹ ਨੌਕਰੀ ਸਿਰ ਹੋ ਸਕਣ। ਇਹ ਵਾਈਟ ਕਾਲਰ ਜੌਬ PhD ਕਰਾ ਕੇ ਪਿੰਡ 'ਚ ਬਿਠਾ ਲਿਓ, ਨਾ ਤਾਂ ਟਰੈਕਟਰ ਚਲਾਉਣ ਜੋਗਾ ਰਹਿੰਦਾ। ਇਹ ਬੜੀ ਬੁਨਿਆਦੀ ਚੀਜ਼ਾਂ ਜਿਹੜੀਆਂ ਸੋਸ਼ਲ ਐਕਟੀਵਿਟੀ ਸਾਡੇ ਵਰਗੇ ਮੰਚਾਂ ਦੇ ਰਾਹੀਂ ਅਸੀਂ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਹਾਂ ਵੀ ਆਪਣੇ ਪੈਰਾਂ ਤੇ ਆਪ ਖੜੇ ਹੋ। ਕਰ ਖੁਦ ਹੀ ਕੋ ਬੁਲੰਦ ਇਤਨਾ ਕਿ ਹਰ ਰਜ਼ਾ ਸੇ ਪਹਿਲੇ खुदा तुमसे खुद पूछे है बंदे बता तेरी रजा क्या है। जी, तो आप आपदे आप ਨੂੰ ਕਾਬਲ ਕਰੀਏ। ਬਿਲਕੁਲ, ਜੋ ਇੱਕ ਤਿਨਕਾ ਹੈ ਸਮੁੰਦਰ ਬਣਨ ਦੀ ਖਾਹਿਸ਼ ਰੱਖਦਾ ਹੈ, ਮੈਨੂੰ ਲੱਗਦਾ ਹੈ ਕਿਰਸਾਨੀ ਅੰਦੋਲਨ ਦੇ ਨਾਲ ਐਸਾ ਹੀ ਹੋਣ ਵਾਲਾ ਹੈ। ਔਰ ਤੁਸੀਂ ਬੜੇ ਆਲਾ ਤਰੀਨ ਤਰੀਕੇ ਦੇ ਨਾਲ ਸਾਡੇ ਨਾਲ ਹਰ ਇੱਕ ਗੱਲਬਾਤ ਔਰ ਫੈਕਟ ਐਂਡ ਫਿਗਰਸ ਦੇ ਨਾਲ ਚੀਜ਼ਾਂ ਨੂੰ ਸਾਂਝਾ ਕੀਤਾ। ਬਹੁਤ ਬਹੁਤ ਸ਼ੁਕਰੀਆ। ਔਰ ਜਾਂਦੇ ਜਾਂਦੇ ਇੱਕ ਸਾਂਝਾ ਸੁਨੇਹਾ ਕੀ ਦੇਣਾ ਚਾਹੋਗੇ? ਸਾਂਝਾ ਸੁਨੇਹਾ ਸਨੇ ਵੀ ਹੋਸ਼, ਸੋਚ ਔਰ ਜੋਸ਼। ਹੋਸ਼ ਤੁਹਾਨੂੰ ਆ ਗਈ ਹੈ ਪੰਜਾਬ ਵਾਸੀਓ, ਹੋਸ਼ ਤੁਹਾਨੂੰ ਆ ਗਈ, ਮੈਂ ਮਹਿਸੂਸ ਕਰਦਾ। ਸੋਚ ਅਸੀਂ ਦੇਵਾਂਗੇ ਜੀ, ਜੋਸ਼ ਤੁਹਾਡੇ ਹੱਥ ਹੈ। ਨੌਜਵਾਨੋ, ਝੰਡਾ ਚੱਕੋ ਔਰ ਆਪਣੀ ਆਜ਼ਾਦੀ ਲਈ ਆਪਣੀ ਵੋਟ ਦਾ ਹੱਕ ਬੜੇ ਸਹੀ ਤਰੀਕੇ ਨਾਲ ਉਪਯੋਗ ਕਰਿਓ। ਜੀ, ਬਹੁਤ ਖੂਬ। ਔਰ ਤੁਹਾਡਾ ਕੀ ਵਿਚਾਰ ਹੈ? ਤੁਹਾਡਾ ਸੁਨੇਹਾ ਕੀ ਹੋਏਗਾ? ਮੇਰਾ ਸੁਨੇਹਾ ਇਹ ਹੈ ਵੀ ਕਿਸੇ ਹੋਰ ਵੱਲ ਝਾਕ ਨਾ ਰੱਖੋ। ਜਿਹੜੇ ਤੁਸੀਂ ਹੈਗੇ ਆ ਪੰਜਾਬ ਵਾਸੀ, ਆਪਦੀ ਫਿਊਚਰ ਦਾ ਜਿਹੜਾ ਹੈਗੀ ਹੈ ਬਾਗਡੋਰ ਆਪਦੇ ਹੱਥ 'ਚ ਫੜੋ। ਜਿੰਨਾ ਚਿਰ ਆਪਦੇ ਹੱਥ 'ਚ ਆਪਦੀ ਬਾਗਡੋਰ ਨਹੀਂ ਫੜੋਗੇ, ਕਿਸੇ ਨੇ ਤੁਹਾਡਾ ਕੁਝ ਨਹੀਂ ਕਰਨਾ। ਬਿਲਕੁਲ, ਤੁਸੀਂ ਐਕਸਪੈਕਟ ਕਰੋਗੇ ਫਲਾਨਾ ਆਊਗਾ, ਉਹ ਸਾਡਾ ਸੁਧਾਰ ਦਊਗਾ, ਉਹ ਆਊਗਾ, ਉਹ ਇਹ ਨਹੀਂ ਹੋਣਾ। ਆਪ ਉੱਠੋ, ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਚੰਗਾ ਲੱਗਿਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਇੱਥੇ ਆਏ। ਔਰ ਕਿਸੇ ਦਿਨ ਹੋਰ ਵੀ ਦੁਬਾਰਾ ਮੁਲਾਕਾਤ ਕਰਾਂਗੇ ਤੇ ਦੁਬਾਰਾ ਮੰਥਨ ਕਰਾਂਗੇ ਕਿ ਇਹ ਆਰਗੇਨਾਈਜੇਸ਼ਨ ਨੇ ਕਿੰਨਾ ਜ਼ੋਰ ਫੜਿਆ ਤੇ ਕੀ ਕੁਛ ਇਹਦੇ ਵਿੱਚ ਹੋਰ ਅੱਗੇ ਇਨੀਸ਼ੀਏਟਿਵਸ ਤੁਸੀਂ ਲਏ ਹੈ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।